हाँ जी, नैक्सट जो है अपनी वीडियो एल्केन्स का सैकेंड पार्ट। ये आप करेंगे मैथड्स ऑफ प्रिपरेशन ऑफ एल्केन्स, मतलब एल्केन्स ਨੂੰ ਆਪਾਂ ਕਿਹੜੇ ਮੈਥਡਸ ਦੇ ਨਾਲ प्रिपेयर कर सकते हैं। सारिया चीज़ां ਇਹਦੇ ਆਉਣਗੀਆਂ। ਹੁਣ ਐਲਕੇਨਸ ਨੇ ਜਿਹੜੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ, ਉਹਨਾਂ ਦੇ ਸੋਰਸਿਸ ਕੀ ਨੇਗੇ। ਜਿਹੜੇ ਜ਼ਿਆਦਾਤਰ ਸੋਰਸਿਸ ਨੇ ਉਹ ਨੈਚੁਰਲ ਸੋਰਸਿਸ ਨੇ, ਠੀਕ ਹੈ। ਐਲਕੇਨਸ ਦੇ ਤਾਂ ਉਹਨਾਂ ਨੂੰ ਨੈਚੁਰਲ ਸੋਰਸਿਸ ਤੋਂ ਹੀ, ਉਹਨਾਂ ਦੇ ਵਿੱਚ ਮਤਲਬ ਨੈਚੁਰਲ ਸੋਰਸਿਸ ਦੇ ਵਿੱਚ ਜਿਹੜੇ ਵੀ ਹੁੰਦੇ ਆ ਉਹਨਾਂ ਦੇ ਵਿੱਚ ਪਹਿਲਾਂ ਹੀ ਐਲਕੇਨਸ ਹੁੰਦੀਆਂ ਨੇ, ਉਹਨਾਂ ਨੂੰ ਸਿਰਫ ਆਈਸੋਲੇਟ ਕੀਤਾ ਜਾਂਦਾ ਉੱਥੋਂ, ਮਤਲਬ ਵੀ ਇਕੱਠੀਆਂ ਹੁੰਦੀਆਂ ਨੇ। ਮੰਨ ਲਓ ਵੀ ਇੱਕ ਸੋਰਸ ਆ, ਉਹਦੇ ਵਿੱਚ 100-200 ਐਲਕੇਨਸ ਹੁੰਦੀਆਂ ਨੇ, ਉਹਨਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ, ਠੀਕ ਹੈ। ਉਹਦੇ ਵਿੱਚੋਂ ਕੱਢਿਆ ਜਾਂਦਾ, ਆਈਸੋਲੇਟ ਕੀਤਾ ਜਾਂਦਾ। ਉਸ ਚੀਜ਼ ਨੂੰ ਕਹਿੰਦਾ ਆਈਸੋਲੇਸ਼ਨ। ਪ੍ਰੈਪਰੇਸ਼ਨ ਹੁੰਦੀ ਹੈ ਵੀ ਕਿਸੇ ਚੀਜ਼ ਤੋਂ ਬਣਾਉਣਾ, ਬਣੀ ਬਣਾਈ ਚੀਜ਼ ਨੂੰ ਅੱਡ ਕੱਢਣਾ, ਉਸ ਨੂੰ ਕਹਿੰਦੇ ਆਈਸੋਲੇਟ ਕਰਨਾ, ਆਈਸੋਲੇਸ਼ਨ। ਅਤੇ ਪ੍ਰੈਪਰੇਸ਼ਨ ਹੁੰਦੀ ਹੈ ਬਣਾਉਣਾ। ਤਾਂ ਆਪਾਂ ਜਿਹੜੇ ਜ਼ਿਆਦਾਤਰ ਹੁਣ ਮੈਥਡ ਕਰਾਂਗੇ ਸਾਰੇ ਪ੍ਰੈਪਰੇਸ਼ਨ ਦੇ ਕਰਾਂਗੇ, ਪਰ ਐਲਕੇਨਸ ਨੂੰ ਜਿਹੜਾ ਮੋਸਟਲੀ ਹੈ ਉਹ ਆਈਸੋਲੇਟ ਕੀਤਾ ਜਾਂਦਾ, ਠੀਕ ਹੈ। ਬਣਾਇਆ ਸਿਰਫ ਛੋਟੀਆਂ ਐਲਕੇਨਸ ਨੂੰ ਹੀ ਜਾਂਦਾ, ਜਿਹੜੀਆਂ 3-4 ਕਾਰਬਨਸ ਵਾਲੀਆਂ ਹੁੰਦੀਆਂ ਨੇ, ਕਿਉਂਕਿ ਇਹ ਨਹੀਂ ਮਿਲਦੀਆਂ। ਵੱਡੀਆਂ ਐਲਕੇਨਸ ਤਾਂ ਮਿਲ ਜਾਂਦੀਆਂ ਨੇ ਈਜ਼ੀਲੀ, ਛੋਟੀਆਂ ਐਲਕੇਨਸ ਨੇ ਜਿਹੜੀਆਂ ਉਹ ਘੱਟ ਅਮਾਊਂਟ ਦੇ ਵਿੱਚ ਮਿਲਦੀਆਂ ਨੇ, ਠੀਕ ਹੈ। ਜਾਂ ਕਹਿ ਲਓ ਉਹਨਾਂ ਨੂੰ ਅਲੱਗ ਕਰਨਾ ਡਿਫੀਕਲਟ ਹੁੰਦਾ, ਤਾਂ ਉਹਨਾਂ ਨੂੰ ਕਿਸੇ ਪਰਟੀਕੂਲਰ ਮੈਥਡ ਦੇ ਨਾਲ ਹੀ ਉਹਨਾਂ ਨੂੰ ਆਪਾਂ ਬਣਾ ਸਕਦੇ ਹਾਂ। ਅਤੇ ਜਿਹੜੇ ਮੈਥਡ ਜਿਹੜੇ ਜ਼ਿਆਦਾਤਰ ਆਪਾਂ ਪੜ੍ਹਾਂਗੇ ਉਹ ਲਾਈਟਰ ਐਲਕੇਨਸ ਦੇ ਹੀ ਪੜ੍ਹਾਂਗੇ, ਠੀਕ ਹੈ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੈਥਡ ਹੈ ਉਹ ਹੈ ਕੈਟਾਲਿਟਿਕ ਹਾਈਡਰੋਜਨੇਸ਼ਨ ਆਫ ਅਨਸੈਚੂਰੇਟਡ ਹਾਈਡਰੋਕਾਰਬਨਸ। ਇੱਥੋਂ ਬੇਸਿਕਲੀ ਤੁਹਾਡੀਆਂ ਰਿਐਕਸ਼ਨਸ ਸਟਾਰਟ ਹੋ ਰਹੀਆਂ ਨੇ, ਰਿਐਕਸ਼ਨਸ ਵਾਲਾ ਪਾਰਟ ਸਟਾਰਟ ਹੋ ਰਿਹਾ। ਜਿਹੜੀ ਇੰਟਰੋਡਕਸ਼ਨ ਸੀਗੀ ਉਹ ਸਾਰੀ ਸੀ ਤੁਹਾਡੀ, ਮਤਲਬ ਉਹ ਤਾਂ ਔਰਗੈਨਿਕ ਦੀ ਇੰਟਰੋਡਕਸ਼ਨ ਸੀਗੀ ਹੁਣ ਤੱਕ ਜਿੰਨੀ ਆਪਾਂ ਕੀਤੀ ਆ। ਹੁਣ ਜਿਹੜੇ ਆਪਾਂ ਕਰਾਂਗੇ ਉਹ ਹੈ ਅਸਲ ਔਰਗੈਨਿਕ, ਜਿੱਥੇ ਆਪਾਂ ਜਿਹੜੀਆਂ ਚੀਜ਼ਾਂ ਹੁਣ ਤੱਕ ਬੜੀਆਂ ਨੇ ਉਹਨਾਂ ਨੂੰ ਅਪਲਾਈ ਕਿਵੇਂ ਕਰਨਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ। ਹੁਣ ਕੈਟਾਲਿਟਿਕ ਹਾਈਡਰੋਜਨੇਸ਼ਨ, ਸਭ ਤੋਂ ਪਹਿਲਾਂ ਤਾਂ ਰਿਐਕਸ਼ਨ ਦਾ ਨਾਮ ਦੇਖੋ। ਕੈਟਾਲਿਟਿਕ ਮਤਲਬ ਕੈਟਾਲਿਸਟ ਦੀ ਪ੍ਰੈਜ਼ੈਂਸ ਦੇ ਵਿੱਚ ਹਾਈਡਰੋਜਨੇਸ਼ਨ, ਹਾਈਡਰੋਜਨ ਹੋ ਗਿਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਹਾਈਡਰੋਜਨ ਦਾ ਮਤਲਬ ਕੀ ਹੋ ਗਿਆ, ਹਾਈਡਰੋਜਨੇਸ਼ਨ ਹੋ ਗਿਆ, ਜਿੱਥੇ ਹਾਈਡਰੋਜਨ ਐਡ ਹੁੰਦੀ ਆ ਆਫ ਅਨਸੈਚੂਰੇਟਡ ਹਾਈਡਰੋਕਾਰਬਨਸ। ਅਨਸੈਚੂਰੇਟਡ ਕਿਹੜੀਆਂ ਹੁੰਦੀਆਂ, ਜਿਹਨਾਂ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਹੁੰਦਾ, ਠੀਕ ਹੈ। ਮਤਲਬ ਇਹੋ ਜਿਹੀਆਂ ਹਾਈਡਰੋਕਾਰਬਨਸ ਜਿਹਨਾਂ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਹੈ, ਉਸ ਡਬਲ ਜਾਂ ਟ੍ਰਿਪਲ ਬੌਂਡ ਨੂੰ ਤੋੜ ਕੇ ਆਪਾਂ ਉੱਥੇ ਹਾਈਡਰੋਜਨ ਐਡ ਕਰ ਦੇਣੀ ਆ, ਠੀਕ ਹੈ। ਜਦੋਂ ਡਬਲ ਜਾਂ ਟ੍ਰਿਪਲ ਬੌਂਡ ਤੋੜ ਕੇ ਹਾਈਡਰੋਜਨ ਐਡ ਕਰ ਦਾਂਗੇ ਤਾਂ ਕੀ ਬਣੋ ਆਪਣੇ ਕੋਲ ਐਲਕੇਨਸ, ਠੀਕ ਹੈ। ਜਿਹੜਾ ਕੈਟਾਲਿਸਟ ਆਪਾਂ ਜ਼ਿਆਦਾਤਰ ਯੂਜ਼ ਕਰਦੇ ਹਾਂ ਨਿਕਲ, ਪਲੈਟੀਨਮ ਅਤੇ ਪਲੈਡੀਅਮ। ਤਿੰਨ ਤਰ੍ਹਾਂ ਦੇ ਜਿਹੜੇ ਕੈਟਾਲਿਸਟ ਨੇ ਇੱਕੋ ਹੀ ਗਰੁੱਪ ਦੇ ਵਿੱਚ ਇਹ ਪਾਏ ਜਾਂਦੇ ਨੇ, ਠੀਕ ਹੈ। ਨਿਕਲ, ਪਲੈਡੀਅਮ ਅਤੇ ਪਲੈਟੀਨਮ, ਠੀਕ ਹੈ। ਤਿੰਨੇ ਇੱਕ ਗਰੁੱਪ ਦੇ ਵਿੱਚ ਪਾਏ ਜਾਂਦੇ ਨੇ, ਤਿੰਨਾਂ ਨੂੰ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਪਰ ਜਿਹੜਾ ਨਿਕਲ ਹੈ ਉਹ ਆਪਾਂ ਨੂੰ ਇਹਦਾ ਮਤਲਬ ਫਰਕ ਕੀ ਹੈ। ਨਿਕਲ ਜਿਹੜਾ ਹੈ ਆਪਾਂ ਨੂੰ ਉਹ ਫਾਈਨਲੀ ਡਿਵਾਈਡਡ ਫਾਰਮ ਦੇ ਵਿੱਚ, ਮਤਲਬ ਉਹਦੀ ਕਟਿੰਗ ਚੰਗੀ ਤਰ੍ਹਾਂ ਉਹਦੀ ਕਟਿੰਗ ਹੋਣੀ ਚਾਹੀਦੀ ਆ, ਹਰੇਕ ਸਾਈਡ ਉਹਦੀ ਚੰਗੀ ਤਰ੍ਹਾਂ ਮਤਲਬ ਕੱਟ ਕੀਤੀ ਹੋਣੀ ਚਾਹੀਦੀ ਹੈ, ਤਾਂ ਹੀ ਜਿਹੜਾ ਨਿਕਲ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਫਾਈਨਲੀ ਡਿਵਾਈਡਡ ਨਿਕਲ, ਠੀਕ ਹੈ। ਉਹ ਚੀਜ਼ ਜਿਹੜੀ ਹੈ ਉਹ ਇਹ ਚੀਜ਼ ਹੁੰਦੀ ਹੈ ਵੀ ਉਹਦੀ ਕਟਿੰਗ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਹੋਣੀ ਚਾਹੀਦੀ ਹੈ, ਸ਼ਾਰਪ ਐਜਸ ਹੋਣੇ ਚਾਹੀਦੇ ਆ ਉਹਦੇ, ਇੱਦਾਂ ਦਾ, ਠੀਕ ਹੈ। ਅਤੇ ਪਲੈਡੀਅਮ ਅਤੇ ਪਲੈਟੀਨਮ ਇਹ ਜਿਹੜੇ ਨੇ ਦੋਨੇ, ਇਹ ਜੇ ਆਪਾਂ ਇੱਕ ਜਿਹੜਾ ਮੇਨ ਡਿਫਰੈਂਸ ਹੈ ਉਹ ਇਹ ਹੈ ਵੀ ਨਿਕਲ ਹੈ ਜਿਹੜਾ, ਉਹਦੀ ਰਿਐਕਸ਼ਨ ਜਿਹੜੀ ਹੁੰਦੀ ਆ 525 ਤੋਂ 575 ਕੈਲਵਿਨ ਦੇ ਵਿੱਚ ਹੀ ਉਹ ਰਿਐਕਟ ਕਰਵਾਊਗਾ ਹਾਈਡਰੋਜਨ ਨੂੰ ਅਨਸੈਚੂਰੇਟਡ ਹਾਈਡਰੋਕਾਰਬਨ ਦੇ ਨਾਲ, ਠੀਕ ਹੈ। ਪਰ ਜਿਹੜੇ ਪਲੈਡੀਅਮ ਅਤੇ ਪਲੈਟੀਨਮ ਨੇ ਇਹ ਨੋਰਮਲ ਟੈਂਪਰੇਚਰ, ਰੂਮ ਟੈਂਪਰੇਚਰ ਦੇ ਉੱਪਰ ਵੀ, ਰੂਮ ਟੈਂਪਰੇਚਰ ਹੁੰਦਾ ਜਿਹੜਾ ਆਪਣਾ ਨੋਰਮਲ ਡੇਲੀ ਦਾ ਟੈਂਪਰੇਚਰ ਹੁੰਦਾ 25 ਡਿਗਰੀ ਵਾਲਾ, ਠੀਕ ਹੈ। ਤਾਂ ਉਸ ਟੈਂਪਰੇਚਰ ਦੇ ਉੱਪਰ ਵੀ ਉਹ ਰਿਐਕਸ਼ਨ ਜਿਹੜੀ ਹੈ ਉਹ ਕਰਵਾ ਸਕਦੇ ਨੇ ਦੋਨੇ। ਨਿਕਲ ਹੈ ਜਿਹੜਾ ਉਹ 525 ਤੋਂ 575 ਦੇ ਟੈਂਪਰੇਚਰ 'ਤੇ ਹੀ ਜਾ ਕੇ ਰਿਐਕਸ਼ਨ ਕਰਵਾਊਗਾ, ਠੀਕ ਹੈ। ਹੋਊਗਾ ਕਿ ਐਲਕੀਨਸ ਤੋਂ ਸਭ ਤੋਂ ਪਹਿਲਾਂ ਤਾਂ CnH2n ਜਨਰਲ ਫਾਰਮੂਲਾ ਹੁੰਦਾ ਐਲਕੀਨਸ ਦਾ। ਉਹਦੇ ਵਿੱਚ ਜਦੋਂ ਆਪਾਂ ਹਾਈਡਰੋਜਨ ਐਡ ਕੀਤੀ ਇਨ ਦਾ ਪ੍ਰੈਜ਼ੈਂਸ ਆਫ ਨਿਕਲ, ਪਲੈਟੀਨਮ ਅਤੇ ਪਲੈਡੀਅਮ, ਤਾਂ CnH2n+2 ਬਣ ਗਿਆ, ਠੀਕ ਹੈ। ਕਿਉਂਕਿ ਇੱਥੇ ਇੱਕੋ ਹੀ ਡਬਲ ਬੌਂਡ ਹੈ ਅਤੇ ਦੋਨੇ ਪਾਸੇ ਇੱਕ ਹਾਈਡਰੋਜਨ ਐਡ ਹੋਊਗੀ, ਮਤਲਬ ਹਾਈਡਰੋਜਨ ਦਾ ਇੱਕੋ ਹੀ ਮੋਲੀਕਿਊਲ ਹੈ ਜਿਹੜਾ ਉਹ ਐਡ ਹੋਊਗਾ। ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਐਲਕਾਈਨਸ ਦੇ ਵਿੱਚ CnH2n-2, ਐਲਕੇਨ ਜਦੋਂ ਬਣਾਉਣੀ ਹੈ ਤਾਂ 2 ਡਬਲ ਬੌਂਡ ਨੇ, ਦੋਨੇ ਹੀ ਤੋੜਨੇ ਪੈਣਗੇ। ਇੱਕ ਡਬਲ ਬੌਂਡ 'ਤੇ 2 ਹਾਈਡਰੋਜਨਾਂ ਲੱਗਦੀਆਂ ਨੇ, ਇੱਕ ਪਾਈ ਬੌਂਡ 'ਤੇ 2 ਹਾਈਡਰੋਜਨਾਂ ਲੱਗਦੀਆਂ ਨੇ, 2 ਪਾਈ ਬੌਂਡਸ 'ਤੇ ਕਿੰਨੀਆਂ ਲੱਗਣਗੀਆਂ, 4, ਠੀਕ ਹੈ। ਤਾਂ ਟੋਟਲ 2 ਮੋਲੀਕਿਊਲਸ ਮਤਲਬ 2H2, 2 ਮੋਲੀਕਿਊਲਸ ਨੇ ਜਿਹੜੇ 2H2 ਹਾਈਡਰੋਜਨ ਦੇ, ਮਤਲਬ ਟੋਟਲ 4 ਹਾਈਡਰੋਜਨਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਐਲਕਾਈਨਸ ਦੇ ਵਿੱਚ ਲੱਗਦੀਆਂ ਨੇ। ਇਹ ਚੀਜ਼ ਦਾ ਬੇਸਿਕ ਦਾ ਧਿਆਨ ਰੱਖਿਓ, ਠੀਕ ਹੈ। ਅਤੇ ਉਹੀ ਚੀਜ਼ ਹੈ ਵੀ ਨਿਕਲ ਦੀ ਰਿਐਕਸ਼ਨ 525 ਤੋਂ 575 'ਤੇ ਹੁੰਦੀ ਹੈ। ਪਲੈਟੀਨਮ ਅਤੇ ਪਲੈਡੀਅਮ ਨੇ ਜਿਹੜੇ ਉਹ ਰੂਮ ਟੈਂਪਰੇਚਰ 'ਤੇ ਵੀ ਕਰਵਾ ਸਕਦੇ ਨੇ। ਐਲਗੀਨਸ ਦੇ ਵਿੱਚ 1 ਮੋਲੀਕਿਊਲ ਲੱਗਦਾ, ਐਲਕਾਈਨਸ ਦੇ ਵਿੱਚ 2 ਮੋਲੀਕਿਊਲ ਲੱਗਦੇ ਨੇਗੇ, ਠੀਕ ਹੈ।
इस हुण इस रिएक्शन नूं ध्यान नाल देखो, इहदे विच है की आ, जां तां एल्कीन्स यूज़ करांगे आपां जां एल्काइन्स यूज़ करांगे। हुण आपां नूं पता भी चाहे एल्कीन्स लै लो चाहे एल्काइन्स लै लो, जदों डबल बॉन्ड बनाउणा तां घट्टो घट्ट 2 कार्बन आपां नूं चाहीदियां ने। इस तर੍ਹਾਂ ही इहदे विच जदों ट्रिपल बॉन्ड बनाउणा तां घट्टो घट्ट 2 कार्बनां होणीਆਂ ਚਾਹੀਦੀਆਂ ਨੇ, ठीक है। तां एक कार्बन वाली ना एल्कीन है ना एल्काइन है, तां एक कार्बन वाली एल्केन भी नहीं आपां बना सकते, ठीक है। तां मीथेन है जिहड़ी इस रिएक्शन तो आपां मीथेन नहीं बना सकते, ठीक है। बाकी सारियां बना लांगे आपां, सिर्फ जिहड़ी मीथेन है उसनूं ये नहीं बना, उसनूं आपां इस रिएक्शन दे विच नहीं बना सकते, ठीक है। नैक्सट है अपने को रिडक्शन ऑफ एल्काइल हेलाइड्स। एल्काइल हेलाइड्स की रिडक्शन करके आपां किवें जिहड़े है ये एल्केन्स बना सकते हैं। उहदे विच सब तो पहली चीज़ जिहड़ी आउंदी है, इन्हां नूं आपां 2 तरीकिਆਂ नाल रिड्यूस कर सकते हैं। एक डायरैक्ट मैथड, मतलब डायरैक्ट हाइड्रोजन नाल रिएक्ट करवा के, ठीक है। तो दूसरा इनडायरैक्ट मैथड, मतलब पहलां कुछ होर बनाया उस तो बाद फिर उहदी रिएक्शन करके फिर आपां नूं जिहड़ी है एल्केन मिली। मतलब पहली रिएक्शन डायरैक्ट रिएक्शन दे विच सीधी एल्काइल हेलाइड तो एल्केन मिल जूगी, दूसरी रिएक्शन दे विच इनडायरैक्ट दे विच पहलां आपां एल्काइल हेलाइड दा कुछ बनावांगे होर मॉलीक्यूल, फिर उस मॉलीक्यूल तो आपां नूं एल्केन मिलूगी, ठीक है। हुण डायरैक्ट रिडक्शन दे विच देखो, इस मैथड दे विच आपां 3 तरह के कैटलिस्ट यूज़ कर सकते हैं। जां तां आपां जिंक यूज़ करांगे एसिटिक एसिड दे नाल, जां जिंक यूज़ करांगे आपां HCl दे नाल, जां फिर जिंक ते कापर यूज़ करांगे। दोनों का मिक्सचर जिहड़ा यूज़ करांगे इन द प्रेजेंस ऑफ इथेनॉल, ठीक है। इन्हां तिन्नां चों कोई भी तुसीं चीज़ यूज़ कर लो, ठीक है। इत्थे हुण 2 चीज़ां आपां नूं चाहीदियां ने, एक तां चाहीदे आपां नूं इलैक्ट्रॉन, एक चाहीदी है हाइड्रोजन। हाइड्रोजन देखो इहदे विच इत्थों आऊगी, इलैक्ट्रॉन कौन देऊगा, जिंक। इहदे विच जिंक इलैक्ट्रॉन देऊगा, हाइड्रोजन इत्थों आ गई HCl तो। इत्थे जिंक ते कापर दोने इलैक्ट्रॉन देणगे, हाइड्रोजन कित्थों आ गई, इथेनॉल तो, ठीक है। तो 2 ही चीज़ां आपां नूं चाहीदियां ने, एक हाइड्रोजन एक इलैक्ट्रॉन, ठीक है। 2 चीज़ां आपां नूं चाहीदियां। हुण इहदे विच जिवें देखो RX है, जिंक ते HCl का मिक्सचर जिहड़ा है जो आपां पाया इहदे विच, ठीक है, उस टाइम ते RH बन गया तो HX, मतलब 2 हाइड्रोजनां आईयां इत्थों। जदों इहदे विच होऊगा कि जिंक है जिहड़ा HCl नाल, जदों जिंक है जिहड़ा 2 इलैक्ट्रॉन लूज करूगा, ठीक है। जदों आ दोने मतलब HCl, ठीक है, दोने मतलब टुट जाएंगे, H पॉजिटिव तो Cl नैगेटिव बन जाएंगे। हुण इलैक्ट्रॉन्स ने नैगेटिव चार्ज, H पॉजिटिव है पॉजिटिवली चार्ज, तो H पॉजिटिव एक इलैक्ट्रॉन गेन कर लूगा, दूसरा H पॉजिटिव दूसरा इलैक्ट्रॉन गेन कर लूगा, R नाल जाके वो ऐड हो जाएंगे, सिंपल ये चीज़ होगी, ठीक है। दूसरा हाइड्रोजन है जिहड़ा वो HX नाल जाके वो रिएक्ट कर लूगा। जिवें फॉर एग्जाम्पल अपने को है CH3Cl, ठीक है, ZnHCl, तो इत्थे की बनया CH4 बन गया, एक H इहदे कोले आ गई, दूसरी HCl नाल जाके HCl बना दूगी। जां होर एग्जाम्पल आपां दूसरी एग्जाम्पल किहड़ी लै सकदे हां, CH3 CHCl CH3, इत्थे Cl की थां ते Br कर लो, मतलब कोई भी तुसीं एल्काइल हेलाइड लै सकदे हो। तो इत्थे होऊगा कि CH3 CH2 CH3 प्लस HBr, ठीक है, इदां। हुण इनडायरैक्ट रिडक्शन, इनडायरैक्ट दे विच की होगा, उसी डायरैक्ट ये तो सीधा एल्केन मिली सी आपां नूं। हुण इनडायरैक्ट रिडक्शन दे विच की होगा, इहदे विच आपां की करांगे, इस रिएक्शन दे विच पहलां एल्काइल हेलाइड नूं मैगनीशियम नाल रिएक्ट करवावांगे। हुण जदों मैगनीशियम नाल रिएक्ट करावांगे तो मैगनीशियम जाके ना एल्काइल ग्रुप ते हेलाइड ग्रुप दोनों दे विच इंसर्ट हो जाऊगा। जदों विच इंसर्ट हो जाऊ अपने कोल बनूगा RMgX, वो आपां सारिआं नूं पता ही है की हुंदा, ग्रिगनॉइड रिएजेंट। RMgX ऑर्गेनो मैगनीशियम कंपाउंड है जिहड़ा वो ग्रिगनॉइड रिएजेंट कहंदे आ, ਉਹਦਾ नाम है, ठीक है। उन्होंने जो आप वाटर नाल रिएक्ट करवावांगे अगे, जां कह लो ਉਹਦੇ जो पानी पाता तो वो ईजिली जिहड़ा है एल्केन दे दूगा आपां नूं, ठीक है। तो आपका बाय प्रोडक्ट है जिहड़ा वो साइड ते निकल जूगा। जिवें फॉर एग्जाम्पल जनरल रिएक्शन देखो इहदी, RX नूं जो Mg नाल रिएक्ट करवाया। अच्छा एक गल होर, जिहड़ियां भी ऑर्गेनोमैटैलिक दी जिथे भी तुसीं मैटल दी ऑर्गेनिक कंपाउंड्स दे नाल रिएक्शन करवाओगे ना, जिथे ऑर्गेनोमैटैलिक कंपाउंड बनूगा, जिवें ग्रिगनॉइड रिएजेंट जां ऑर्गेनोलिथियम जां ऑर्गेनो जिंक जां ऑर्गेनो कापर, जिथे भी बन गया, वो रिएक्शन हमेशा ट्राई ईथर या THF टेट्राहाइड्रोफ्यूरान, ठीक है, इस इन्हां दोनों दे विच होणगीआं। ज़्यादातर आपां ट्राई ईथर यूज़ करते हैं मैगनीशियम के केस दे विच, ठीक है, RX प्लस Mg, ठीक है। हुण जदों ये दो ही चीज़ां आपां रिएक्ट करवाइयां तो मैगनीशियम विच इंसर्ट हो गया, जाके RMgX बन गया ग्रिगनॉइड रिएजेंट। हुण जदों इहदी वाटर नाल रिएक्शन करवावांगे, ठीक है। हुण इहदे ध्यान दिओ, इत्थे हैगा पार्शियल पॉजिटिव चार्ज, ठीक है,
ए ते मैगनीशियम ते आर ते हैगा पार्शियल नैगेटिव चार्ज। मैगनीशियम मैटल है, मैटल ते पॉजिटिव चार्ज होगा तो कार्बन ते किहड़ा चार्ज आ गया नैगेटिव चार्ज। ठीक है, हुण आ नैगेटिव है, ये वाटर दे विच देखो आ नैगेटिव है, इत्थे आ पॉजिटिव है, तो पॉजिटिव नैगेटिव कोले जाऊगा, नैगेटिव पॉजिटिव कोले जाऊगा, तो आर नैगेटिव तो एच पॉजिटिव जुड़ जाएंगे, आर एच बन जूगा, एम जी एक्स तो ओ एच ये जुड़ जाएंगे, एम जी ओ एच एक्स आ बन गया। ठीक है, मैगनीशियम हाइड्रोक्साइड हेलाइड। ठीक है, इन्हूं कुछ भी तुसीं कह सकते हो। एल्केन आपां नूं मतलब काहदा सी आपां नूं एल्केन दा, एल्केन अपने कोल बन गई। जिवें फॉर एग्जाम्पल अपने कोल है CH3CH2Cl प्लस मैगनीशियम ड्राई ईथर की प्रेजेंस दे विच रिएक्शन करवाई आपां, अपने कोल आ गया CH3CH2MgCl। ठीक है, इथाइल मैगनीशियम क्लोराइड। ठीक है, यदि जो वाटर नाल रिएक्ट करवाई आप H2O दे नाल तां CH3 बन गया प्लस MgOHCl, हाँ चीज़ बन गई। ठीक है, कोई होर एग्जाम्पल भी तुसीं लै सकदे हो, जिवें आप उपरली एग्जाम्पल सेम लै सकदे हैं CH3CH2 आ ले लेने Br। ठीक है, प्लस मैगनीशियम फिर उमें ड्राई ईथर अपने को बन गया CH3CH2 MgBr। फिर वाटर नाल रिएक्ट करवाया आप CH3CH2CH3 प्लस MgOHBr, आ चीज़ बन गई। ठीक है, अपने को हुण जिहड़ा ये सी दूसरा मैथड। ठीक है, हुण तीसरा मैथड है अपने को वर्ड्स रिएक्शन। हुण वर्ड्स रिएक्शन दे विच की होगा, आपां एल्काइल हेलाइड ही यूज़ करांगे। एल्काइल हेलाइड दी आपां रिएक्शन करवावांगे सोडियम मैटल दे नाल। सोडियम मैटल दे नाल जदों एल्काइल हेलाइड दी आपां रिएक्शन करवावांगे, दो सोडियम मैटल दे एटम्स ते दो मॉलिक्यूल एल्काइल हेलाइड दे आपस विच कंबाइन होके एल्केन ते सोडियम हेलाइड है जिहड़ा आपां यूज़ करांगे वो बना देणगे। ठीक है, जर्नल रिएक्शन है जिहड़ी आपां देखदे हां। जर्नल रिएक्शन ये इदां दी है, RX प्लस 2Na XR, ये 12वीं दे विच भी शायद तुसीं कीती होगी वर्ड्स रिएक्शन। ठीक है, RR ते 2NaX बन जाते हैं। हुण इहदे विच हुंदा की है, देखो ध्यान नाल होया कि दो सोडियम ने एक X इधरों तो एक X इधरों, ये मिल के अपने को 2NaX बनाता, R ते R रह गए, वो दोनों जुड़ के एल्केन बन गया। ठीक है, हुण जिवें फॉर एग्जाम्पल आप इत्थे कर सकते हैं CH3Cl प्लस 2Na Cl CH3। ठीक है, इत्थे अपने को बन गया CH3 प्लस 2NaCl। ठीक है, इथेन मिथाइल क्लोराइड। इसी तरह यहाँ भी मिथाइल क्लोराइड। ठीक है, होर एग्जाम्पल इतने कि ले सकते हैं आप CH3Cl प्लस 2Na प्लस Cl CH3 तो ये बन गया अपने को CH3 ठीक है, हाँ चीज़ बन गई प्लस 2NaCl। ये अपने को दो रिएक्शनस हो गया। उस तो बाद अपने को है हुण देखो जो आप इत्थे एक तरह का जो आप इत्थे यूज़ किया। ठीक है, मिथाइल क्लोराइड मतलब आ भी दोनों सेम ही ने, एको यूज़ किया, मतलब आप इस तरह ही आप एको यूज़ किया। ठीक है, तो अपने को सिर्फ एक तरह की एल्केन बनती है। इस तरह ही जिमें आप चीज़ यूज़ कर लीए CH3CH2Cl Br कर लेने थे प्लस 2Na Br CH2CH3। जो ये चीज़ आप यूज़ करते हैं तो अपने को CH3CH2, ठीक है, फिर CH2 फिर CH3 प्लस 2NaBr, चीज़ अपने को बन गई। आ जड़ा है एक ही बन गया ब्यूटेन, N ब्यूटेन।
ठीक है। आ चीज़ हुण अपने कोल बन गई। इत्थे जदों तुसीं देखोगे तो जिहड़ी एल्केन बनी है सिमैट्रिकल है पहली गल तां, ठीक है। मतलब जिन्ने इधर सेंटर तो इधर नूं जदों आउणे आ तां जिन्नियां इधर कार्बनां ने उन्नियां ही इधर ने, उन्नियां ही हरेक कार्बन नाल उन्नियां ही हाइड्रोजनां ने, ठीक है। तो सिमैट्रिकल है। दूसरी चीज़ इवन नंबर ऑफ कार्बनस ने, मतलब देखो 1 2 3 4 इवन ने, मतलब जां 2 होणगियां 4 6 8 10 12 14 16 इदां, मतलब इवन नंबर ऑफ कार्बनस होणगियां। इहदा की रीजन है? इहदा रीजन यह है भी जिन्नियां कार्बनां इधर ने उन्नियां ही इधर ने, सेम क्योंकि आपां यूज़ कीता, ठीक है। तो चाहे तुसीं इवन लै लो चाहे ऑड लै लो इधरले पासे, जे 1 लवोगे तो 2 बन जाणगियां इधर, जे 2 लवोगे तो 4, जे 3 लवोगे तो 6, ठीक है। मतलब इधर तुसीं जिन्नियां मर्जी लई जाओ, इधर जाके इवन ही बनणगियां, ठीक है। उस तो बाद पर जे तुसीं डिफरेंट कार्बनस डिफरेंट एल्काइल हैलाइड्स लै लैंदे हो, ठीक है, उस टाइम ते मेन प्रोडक्ट दे नाल नाल होर प्रोडक्ट भी बनणगे। जिवें फॉर एग्जाम्पल मान लो तुसीं जिहड़े है 2 लै रहे होंगे सिंपल ही लै लैंदे आपां CH3 Cl 2Na Cl CH2 CH3, ठीक है। मिथाइल क्लोराइड हाँ हो गया अपने कोले इथाइल क्लोराइड। ਇਹਦੇ ਵਿੱਚ ਹੁਣ ਹੋਊਗਾ कि देखो सब तो पहला ਤਾਂ 2 Na, ठीक है, तो 2 सोडियम, एक आह तो एक आह, इन्हों की सिंपल रिएक्शन करवाओ। एक ही बनया अपने को CH3 फिर CH2 CH3, ठीक है। हुण ये चीज़ भी हो सकती है भी ये 2 मॉलीक्यूल ही आपस के रिएक्ट कर लैन, आपां किहड़ा रोक लाई हुई है भी हाँ ये पहला ये सीधा ये नाल ही मिलूगा, मतलब एक मॉलीक्यूल इहदा गया एक इहदा गया फिर रिएक्शन होगी। हुण रिएक्शन दे विच तां हज़ारां ही मॉलीक्यूल हुंदे ने, ठीक है। ये 2 मॉलीक्यूल भी ਜਿਹੜੇ ਹੈ आपस ਦੇ ਵਿੱਚ ਕਪਲ ਕਰ ਸਕਦੇ ਆ, ਇਹਦੇ ਵੀ ਕਰ ਸਕਦੇ ਆ। ਤਾਂ ਜੇ ਇਹਦੇ ਕਰਨਗੇ ਤਾਂ ਕੀ ਬਣੂਗਾ CH3 CH3, ਜੇ ਇਹਦੇ ਕਰਨਗੇ ਤਾਂ CH3 CH2 CH2 CH3, ठीक है। मतलब अपनी डिज़ायर्ड किहड़ी सी एल्केन आपां नूं जिहड़ी चाहीदी सी 1 + 2 3 वाली, ठीक है, आ चाहिदी सी आपां नूं, पर ਉਹਦੇ ਨਾਲ 2 वाली ते 4 वालियां भी बन गईयां, ठीक है। NaBr ਤਾਂ ਹੈਗਾ ਹੀ ਆ ਨਾਲ, NaCl सॉरी NaCl ਤਾਂ ਹੈਗਾ ਹੀ बने ही नाल, ठीक है। तो मतलब कहने का भाव की है भी जो तो आप सेम यूज़ करते हैं फिर तो सिर्फ एक ही बनूगा प्रोडक्ट, जो आप डिफरेंट यूज़ कर लैने फिर अपने को 3 डिफरेंट प्रोडक्ट्स बन जाते हैं, ठीक है। तो हुण इहदे विच देखो 2 कार्बन ने 3 ने इत्थे 4 ने, तो इन्होंने डिफरेंशिएट करना भी औखा होगा। जे एक दे विच 2 होण, दूसरी 6 होण, तीसरी 10 होण, फिर तो उन्होंने डिफरेंशिएट करना भी सौखा, क्योंकि उन्होंने बॉयलिंग पॉइंट्स अलग अलग होणगे, अलग अलग टैंपरेचर पर जाके उन्होंने आपां सॉरी अलग अलग टैंपरेचर पर जाके उन्होंने आप इवैपोरेट करके सारा कुछ वो कर सकते हैं, ठीक है। तो पर जे हुण इन्हां दियां कार्बन सी एक छड्ड के ने, ठीक है, उन्होंने बॉयलिंग पॉइंट भी नीयरली सेम ही होणगे, एक 30 होगा एक 32 होगा, तो 2 डिग्री का आप टैंपरेचर का फर्क ईजीली नहीं ना पा सकते, तो इन्होंने डिफरेंशिएट करना भी सौखा नहीं होंदा, ठीक है। तां करके इत्थे आके मैथड जिहड़ा है वो फेल हो गया, वर्ड्स मैथड, ठीक है। तो ਇਹਦੇ ਵਿੱਚ ਆਪਾਂ ਅਨਸਿਮੈਟ੍ਰੀਕਲ ਐਲਕੇਨਸ नहीं बना सकते, ਇਹਦੇ ਵਿੱਚ ਆਪਾਂ ਸਿਰਫ ਸਿਮੈਟ੍ਰੀਕਲ ਐਲਕੇਨਸ ਹੀ ਬਣਾ ਸਕਦੇ ਹਾਂ, ਈਵਨ ਨੰਬਰ ਆਫ ਕਾਰਬਨਸ ਵਾਲੀਆਂ। ਔਡ ਨੰਬਰ ਆਫ ਕਾਰਬਨਸ ਵਾਲੀਆਂ ਐਲਕੇਨਸ ਆਪਾਂ ਨਹੀਂ ਬਣਾ ਸਕਦੇ, ਜੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ 1 ਤੋਂ ਵੱਧ ਬਣ ਜਾਣਗੀਆਂ, ਜਿਨ੍ਹਾਂ ਨੂੰ ਡਿਫਰੈਂਸ਼ੀਏਟ ਕਰਨਾ ਬਹੁਤ ਔਖਾ ਹੋਊਗਾ, ਠੀਕ ਹੈ। ਹੁਣ ਉਸ ਤੋਂ ਬਾਅਦ ਦੂਸਰੀ ਚੀਜ਼ ਇਹਦੀ ਰਹੇਗੀ ਰਿਐਕਟੀਵਿਟੀ। ਜਿਵੇਂ ਅਲਕਾਈਲ ਹੈਲਾਈਡਸ ਨੇ RI RBr ਤੇ RCl, मतलब ਕਿਹੜਾ ਛੇਤੀ ਰਿਐਕਟ ਕਰੂਗਾ तो ਕਿਹੜਾ ਜਿਹੜਾ ਹੈ ਉਹ ਲੇਟ ਰਿਐਕਟ ਕਰੂਗਾ। ਹੁਣ ਇਹਦੇ ਵਿੱਚ ਜਿਹੜੀ ਹੈ ਇਹ ਚੀਜ਼ ਹੈ ਆਪਾਂ ਨੂੰ ਪਤਾ, ਜਿਵੇਂ ClBr ਤੇ I ਡਾਊਨ ਦਾ ਗਰੁੱਪ ਜਿਵੇਂ ਜਿਵੇਂ ਜਾਂਦੇ ਆ, ਕਲੋਰੀਨ ਸਭ ਤੋਂ ਪਹਿਲਾਂ ਆਉਂਦਾ, ਫਿਰ ਆਉਂਦਾ ਬ੍ਰੋਮੀਨ, ਫਿਰ ਆਉਂਦਾ ਆਇਓਡੀਨ, ਸਭ ਤੋਂ ਉੱਪਰ ਪਿਆ ਹੁੰਦਾ ਫਲੋਰੀਨ। ਫਲੋਰੀਨ ਤਾਂ ਰਿਐਕਟ ਹੀ ਨਹੀਂ ਕਰਦਾ, ਠੀਕ ਹੈ। ਕਿਉਂ? ਕਿਉਂਕਿ ਉਹਦੀ ਕਾਰਬਨ ਨਾਲ ਬੌਂਡਿੰਗ ਬਹੁਤ ਵਧੀਆ ਹੁੰਦੀ ਆ, ਠੀਕ ਹੈ, ਤਾਂ ਉਹ ਤਾਂ ਰਿਐਕਟ ਹੀ ਨਹੀਂ ਕਰਦਾ। ਉਸ ਤੋਂ ਬਾਅਦ ਇਹਦਾ ਕਾਰਬਨ ਦਾ ਸਾਈਜ਼ ਛੋਟਾ, ਕਲੋਰੀਨ ਬ੍ਰੋਮੀਨ ਅਤੇ ਆਇਓਡੀਨ ਦਾ ਸਾਈਜ਼ ਜਿਹੜਾ ਹੈ ਉਹ ਵੱਧਦਾ ਜਾਂਦਾ, ਤਾਂ ਕਾਰਬਨ ਦੀ ਬੌਂਡਿੰਗ ਇਹਨਾਂ ਨਾਲ ਘਟਦੀ ਜਾਂਦੀ ਹੈ, ਤਾਂ ਇਹ ਈਜ਼ੀਲੀ ਡਿਸੋਸ਼ੀਏਟ ਹੋ ਜਾਣਗੇ, ਈਜ਼ੀਲੀ ਰਿਐਕਟ ਕਰਨਗੇ, ਠੀਕ ਹੈ। ਤਾਂ ਹੁਣ ਕਿਹੜਾ ਸਭ ਤੋਂ ਵੱਧ ਰਿਐਕਟ ਕਰੂਗਾ? ਜਿਹਦਾ ਸਾਈਜ਼ ਸਭ ਤੋਂ ਵੱਡਾ ਹੋਊਗਾ। ਜਿਹਦਾ ਸਾਈਜ਼ ਸਭ ਤੋਂ ਵੱਡਾ ਹੋਊਗਾ, ਇਹਨੂੰ ਆਪਾਂ 2 ਚੀਜ਼ਾਂ ਦੇ ਨਾਲ ਇਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ, ਸਾਈਜ਼ ਆਫ ਹੈਲਾਈਡ ਆਇਨ, ਠੀਕ ਹੈ, ਅਤੇ CX ਬੌਂਡ ਸਟਰੈਂਥ। ਹੁਣ ਜਿਹਦਾ ਸਾਈਜ਼ ਸਭ ਤੋਂ ਵੱਡਾ ਹੋਊਗਾ ਉਹ ਸਭ ਤੋਂ ਪਹਿਲਾਂ ਤਾਂ ਛੇਤੀ ਬਾਹਰ ਨਿਕਲੂਗਾ, ਠੀਕ ਹੈ। ਜਿਵੇਂ ਤੁਹਾਡੇ ਕੋਲ ਹੈ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ, ਜਿਵੇਂ ਆਪਣੇ ਕੋਲ ਹੈ ਇੱਕ ਆਪਣੇ ਕੋਲ ਆਹ ਮੋਲੀਕਿਊਲ ਹੈ, ਠੀਕ ਹੈ, ਜਿਹਦੇ ਵਿੱਚ ਸੇਮ ਸਾਈਜ਼ ਦੇ ਨੇ ਆਲਮੋਸਟ, ਥੋੜ੍ਹਾ ਜਿਹਾ ਵੱਡਾ ਹੈ, ਤੀਸਰੇ ਦੇ ਵਿੱਚ ਉਸ ਤੋਂ ਵੀ ਵੱਡਾ ਹੈ, ਠੀਕ ਹੈ। ਤਾਂ ਜਿੰਨਾ ਵੱਡਾ ਮੋਲੀਕਿਊਲ ਹੋਊਗਾ ਉਹਨਾਂ ਦੇ ਸੈਂਟਰ ਓਨੇ ਹੀ ਦੂਰ ਹੋਣਗੇ,
ਜਿੰਨਾ ਛੋਟਾ ਹੋਊਗਾ ਸੈਂਟਰ ਉਨੇ ਹੀ ਨੇੜੇ ਹੋਣਗੇ, ਠੀਕ ਹੈ। ਅਤੇ ਜਿਵੇਂ ਜਿਵੇਂ ਸਾਈਜ਼ ਵੱਧਦਾ ਜਾਊਗਾ ਉਵੇਂ ਉਵੇਂ ਆਊਟਰ ਇਲੈਕਟ੍ਰੋਨ ਜਿਹੜੇ ਨੇਗੇ ਇਹਨਾਂ ਦੀ ਬੌਂਡਿੰਗ ਹੁੰਦੀ ਹੈ ਨਾ ਆਪਸ ਦੇ ਵਿੱਚ, ਇਹ ਸ਼ੇਅਰ ਹੁੰਦੇ ਨੇ। ਤਾਂ ਆਹ ਨਿਊਕਲੀਅਸ ਨਾਲੋਂ ਆਊਟਰ ਇਲੈਕਟ੍ਰੋਨ ਦਾ ਡਿਸਟੈਂਸ ਹੈ ਜਿਹੜਾ ਉਹ ਇਨਕਰੀਜ਼ ਜਿਵੇਂ ਜਿਵੇਂ ਹੁੰਦਾ ਜਾਊਗਾ, ਨਿਊਕਲੀਅਸ 'ਤੇ ਹੁੰਦਾ ਪੋਜ਼ੀਟਿਵ, ਇਲੈਕਟ੍ਰੋਨ 'ਤੇ ਹੁੰਦਾ ਨੈਗੇਟਿਵ, ਤਾਂ ਆਪਸ ਦੀ ਇਹਨਾਂ ਦੀ ਅਟਰੈਕਸ਼ਨ ਘੱਟਦੀ ਜਾਊਗੀ ਅਤੇ ਨਿਊਕਲੀਅਸ ਹੈ ਜਿਹੜਾ ਉਹ ਘੱਟ ਮਤਲਬ ਸਟਰੋਂਗਲੀ ਉਹਨੂੰ ਅਟਰੈਕਟ ਕਰ ਸਕੂਗਾ ਇਲੈਕਟ੍ਰੋਨ ਨੂੰ, ਤਾਂ ਈਜ਼ੀਲੀ ਜਿਹੜਾ ਹੈ ਉਹ ਇਲੈਕਟ੍ਰੋਨ ਲੈ ਕੇ ਚਲਿਆ ਜਾਊਗਾ। ਮਤਲਬ ਇੱਦਾਂ ਕਹਿ ਲਓ ਵੀ ਬੌਂਡ ਜਿਹੜਾ ਹੈ ਉਹ ਛੇਤੀ ਟੁੱਟ ਜੂਗਾ ਜਿੰਨਾ ਵੱਡਾ ਸਾਈਜ਼ ਹੋਊਗਾ। ਇਹਦਾ ਬੌਂਡ ਥੋੜ੍ਹਾ ਜਿਹਾ ਲੇਟ ਟੁੱਟੂਗਾ, ਇਹਦਾ ਸਭ ਤੋਂ ਲੇਟ ਟੁੱਟੂਗਾ। ਇਹੀ ਕੇਸ ਹੁੰਦਾ CF ਦੇ ਵਿੱਚ, ਉੱਥੇ ਇਹ ਚੀਜ਼ ਕਰਕੇ ਇਹ ਬੌਂਡ ਜਿਹੜਾ ਨਹੀਂ ਈਜ਼ੀਲੀ ਟੁੱਟਦਾ ਅਤੇ ਇਹ ਚੀਜ਼ ਰਿਐਕਟ ਨਹੀਂ ਕਰਦੀ CF, ਠੀਕ ਹੈ। ਅਤੇ ਆਹ CH3Cl ਹੋ ਗਿਆ, ਜਿਵੇਂ ਆਹ CH3Br ਹੋ ਗਿਆ, ਠੀਕ ਹੈ। ਅਤੇ ਜਿੰਨਾ ਵੱਡਾ ਸਾਈਜ਼ ਹੋਊਗਾ ਉਨੀ ਛੇਤੀ ਟੁੱਟੂਗਾ, ਇਸ ਲਈ ਆਇਓਡੀਨ ਦਾ ਸਭ ਤੋਂ ਵੱਡਾ ਸਾਈਜ਼ ਹੈ ਉਹ ਸਭ ਤੋਂ ਛੇਤੀ ਟੁੱਟੂਗਾ, ਬਰੋਮੀਨ ਦਾ ਉਸ ਤੋਂ ਛੋਟਾ ਹੈ ਉਸ ਤੋਂ ਲੇਟ ਟੁੱਟੂਗਾ, ਕਲੋਰੀਨ ਸਭ ਤੋਂ ਲੇਟ ਜਿਹੜਾ ਹੈ ਉਹ ਰਿਐਕਟ ਕਰੂਗਾ। RF ਨੇ ਕਰਨਾ ਹੀ ਨਹੀਂ, ਠੀਕ ਹੈ। ਉਸ ਤੋਂ ਬਾਅਦ ਆਹੀ ਚੀਜ਼ ਆ ਗਈ CI, CBr ਅਤੇ CCl ਦੀ, ਠੀਕ ਹੈ, ਜਿਹਦੇ ਵਿੱਚ ਜਿੰਨਾ ਵੱਡਾ ਸਾਈਜ਼ ਹੋਊਗਾ ਓਨਾ ਹੀ ਬੌਂਡ ਜਿਹੜਾ ਵੀਕ ਹੋ ਜੂਗਾ, ਓਨੀ ਹੀ ਈਜ਼ੀਲੀ ਟੁੱਟੂਗਾ, ਠੀਕ ਹੈ। ਇਸ ਲਈ CI ਸਭ ਤੋਂ ਛੇਤੀ ਰਿਐਕਟ ਕਰੂਗਾ, ਠੀਕ ਹੈ। ਉਸ ਤੋਂ ਬਾਅਦ ਕਰੂਗਾ CBr, ਫਿਰ ਕਰੂਗਾ CCl, ਠੀਕ ਹੈ। ਉਸ ਤੋਂ ਬਾਅਦ ਮਕੈਨਿਜ਼ਮ ਦੋ ਤਰ੍ਹਾਂ ਦੇ, ਇਸ ਰਿਐਕਸ਼ਨ ਦੇ ਦੋ ਤਰ੍ਹਾਂ ਦੇ ਮਕੈਨਿਜ਼ਮ ਨੇ ਜਿਹੜੇ ਉਹ ਦਿੱਤੇ ਗਏ ਨੇਗੇ। ਜਿਹੜਾ ਪਹਿਲਾ ਮਕੈਨਿਜ਼ਮ ਹੈ ਉਹ ਵੇਪਰ ਫੇਸ ਮਕੈਨਿਜ਼ਮ। ਦੋ ਤਰ੍ਹਾਂ ਦੇ ਮਕੈਨਿਜ਼ਮ ਆਪਾਂ ਸੁਜੈਸਟ ਕਰਦੇ ਹਾਂ ਇਸ ਰਿਐਕਸ਼ਨ ਨੂੰ। ਪਹਿਲਾ ਜਿਹੜਾ ਹੈ ਮਕੈਨਿਜ਼ਮ ਵੇਪਰ ਫੇਸ ਮਕੈਨਿਜ਼ਮ, ਮਤਲਬ ਜੇ ਰਿਐਕਸ਼ਨ ਹੈ ਜਿਹੜੀ ਗੈਸਸ ਸਟੇਟ ਦੇ ਵਿੱਚ ਹੁੰਦੀ ਆ, ਦੋ ਤਰ੍ਹਾਂ ਆਪਾਂ ਇਹ ਰਿਐਕਸ਼ਨ ਕਰਵਾ ਸਕਦੇ ਹਾਂ, ਗੈਸਸ ਸਟੇਟ ਦੇ ਵਿੱਚ ਅਤੇ ਲਿਕੁਇਡ ਸਟੇਟ ਦੇ ਵਿੱਚ। ਜੇ ਆਪਾਂ ਗੈਸਸ ਸਟੇਟ ਦੇ ਵਿੱਚ ਰਿਐਕਸ਼ਨ ਕਰਵਾਉਂਦੇ ਹਾਂ ਫਿਰ ਕੀ ਹੋਊਗਾ, ਫਿਰ ਫ੍ਰੀ ਰੈਡੀਕਲਸ ਬਣਨਗੇ, ਫ੍ਰੀ ਰੈਡੀਕਲਸ ਦੇ ਥਰੂ ਜਿਹੜੀ ਹੈ ਰਿਐਕਸ਼ਨ ਉਹ ਹੋਊਗੀ, ਠੀਕ ਹੈ। ਜਿਵੇਂ ਹੋਊਗਾ ਕਿ ਅਸਲ ਇਹਦੇ ਵਿੱਚ ਦੇਖੋ, ਜਿਵੇਂ ਆਪਣੇ ਕੋਲ ਹੈ RX, ਠੀਕ ਹੈ। ਹੁਣ ਆਪਾਂ ਨੂੰ ਪਤਾ ਵੀ ਸੋਡੀਅਮ ਕੋਲ 1 ਇਲੈਕਟ੍ਰੋਨ ਵਾਧੂ ਹੁੰਦਾ, 11 ਹੁੰਦੇ ਉਹਦੇ ਕੋਲ, ਠੀਕ ਹੈ। 1s2, 2s2, 2p6 ਅਤੇ 3s1, ਠੀਕ ਹੈ। 3s1 ਹੈ ਜਿਹੜਾ, ਜੇ ਇਹ ਇਲੈਕਟ੍ਰੋਨ ਇਹ ਲੂਜ਼ ਕਰ ਦੂਗਾ ਤਾਂ ਈਜ਼ੀਲੀ ਇਹ ਜਿਹੜਾ ਹੈ ਈਜ਼ੀਲੀ ਆਪਣੇ ਆਪ ਨੂੰ ਸਟੇਬਲ ਕਰ ਲੂਗਾ, ਫੁੱਲੀ ਫਿਲਡ ਜਿਹੜੇ ਸ਼ੈੱਲ ਉਹਦੇ ਬਣ ਜਾਂਦੇ, ਜਿਵੇਂ ਆਪਾਂ ਪਿਛਲੀ ਰਿਐਕਸ਼ਨ ਦੇ ਵਿੱਚ ਵੀ ਪੜ੍ਹਿਆ। ਤਾਂ ਇੱਥੇ ਹੋਊਗਾ ਕਿ ਇਹ ਜਿਹੜਾ ਹੈ ਆਪਦਾ ਇਲੈਕਟ੍ਰੋਨ ਇਹਨੂੰ X ਨੂੰ ਦੇ ਦੂਗਾ, X ਅਤੇ R ਆਪਦਾ ਬੌਂਡ ਤੋੜ ਲੈਣਗੇ, ਠੀਕ ਹੈ। R ਜਿਹੜਾ ਹੈ ਉਹ ਫ੍ਰੀ ਰੈਡੀਕਲ ਬਣ ਜੂਗਾ, X ਆਪਦਾ ਡਾਟ 1 ਇਲੈਕਟ੍ਰੋਨ ਲੈ ਕੇ ਚਲਾ ਗਿਆ, ਉਹ ਦੂਸਰਾ ਇਲੈਕਟ੍ਰੋਨ ਸੋਡੀਅਮ ਨੇ ਦੇਤਾ, ਤਾਂ Na ਪੋਜ਼ੀਟਿਵ X ਨੈਗੇਟਿਵ ਉਹ ਬਣ ਗਿਆ, ਠੀਕ ਹੈ। ਹੁਣ ਜਿਹੜਾ R ਡਾਟ ਬਣਿਆ ਆਪਣੇ ਕੋਲ, ਇਹ ਦੋ ਬਣ ਜਾਣਗੇ, ਇੱਕ ਇਹ ਬਣ ਗਿਆ, ਇੱਕ ਹੋਰ ਬਣ ਗਿਆ ਇਹਦੇ ਨਾਲ ਦਾ ਹੀ, ਠੀਕ ਹੈ। ਤਾਂ R ਡਾਟ ਅਤੇ R ਡਾਟ ਆਪਸ ਦੇ ਵਿੱਚ ਜੁੜ ਕੇ ਕੀ ਕਰਨਗੇ, RR ਐਲਕੇਨ ਬਣਾ ਲੈਣਗੇ, ਠੀਕ ਹੈ। ਸਿੰਪਲ ਜਿਹਾ ਮਕੈਨਿਜ਼ਮ ਸੀਗਾ ਇਹਦਾ। ਹੁਣ ਦੂਸਰੀ ਰਿਐਕਸ਼ਨ, ਇੱਥੇ ਚਾਹੇ ਤੁਸੀਂ ਐਰੋ ਪਾ ਲਿਓ, ਜੇ ਐਰੋ ਪਾਉਣੇ ਹੋਣਗੇ ਨਾ, ਵੀ ਇੱਕ ਹਾਫ ਹੈਡਡ ਐਰੋ ਜਾਂ ਫਿਸ਼ ਐਰੋ, ਕੁਛ ਵੀ ਕਹਿ ਸਕਦੇ ਹੋ ਇਹਨੂੰ ਤੁਸੀਂ। ਹੁਣ ਸੋਲਿਊਸ਼ਨ ਦੇ ਵਿੱਚ, ਜੇ ਸੋਲਿਊਸ਼ਨ ਦੇ ਵਿੱਚ ਹੈ ਤਾਂ ਹੋਊਗਾ ਕਿ ਆਪਣੇ ਕੋਲ ਸੋਲਿਊਸ਼ਨ ਦੇ ਕੇਸ ਦੇ ਵਿੱਚ ਕੀ ਹੋਊਗਾ, ਆਪਣੇ ਕੋਲ ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ RX, ਠੀਕ ਹੈ। ਅਤੇ ਹੁਣ ਇੱਥੇ ਕੀ ਹੋਊਗਾ, ਦੋਹੇ ਜਿਹੜੇ ਸੋਡੀਅਮ ਦੇ ਐਟਮ ਹੈਗੇ ਆ ਉਹ ਇੱਕੋ ਟਾਈਮ 'ਤੇ ਦੋਨੇ ਰਿਐਕਟ ਕਰ ਜਾਣਗੇ। ਜਦੋਂ ਇੱਕੋ ਟਾਈਮ 'ਤੇ ਦੋਨੇ ਰਿਐਕਟ ਕਰਨਗੇ ਤਾਂ ਆਪਣੇ ਕੋਲ ਬਣੂਗਾ ਕਿ RNA + NaX, ਮਤਲਬ ਇੱਕ ਸੋਡੀਅਮ ਹੈ ਜਿਹੜਾ ਉਹ R ਨੂੰ ਦੇ ਦੂਗਾ ਆਪਦਾ ਇਲੈਕਟ੍ਰੋਨ, ਦੂਸਰਾ ਸੋਡੀਅਮ ਹੈ ਜਿਹੜਾ ਉਹ X ਨੂੰ ਆਪਦਾ ਜਿਹੜਾ ਇਲੈਕਟ੍ਰੋਨ ਹੈ ਉਹ ਦੇ ਦੂਗਾ। ਉਹ ਦੋਨੇ ਇੱਕ RNA ਬਣਾ ਲੂਗਾ, ਇੱਕ NaX ਬਣਾ ਲੂਗਾ, ਠੀਕ ਹੈ। ਉਸ ਤੋਂ ਬਾਅਦ ਹੋਊਗਾ ਕਿ ਇਹ ਜਿਹੜਾ ਬਣਿਆ ਆਪਣੇ ਕੋਲ, ਇੱਥੇ R ਕੋਲ 2 ਇਲੈਕਟ੍ਰੋਨਸ ਆ ਗਏ, R ਇੱਥੇ ਸੋਡੀਅਮ ਪੋਜ਼ੀਟਿਵ, ਆ ਪੋਜ਼ੀਟਿਵ, ਆ ਨੈਗੇਟਿਵ, ਠੀਕ ਹੈ, ਨੈਗੇਟਿਵ। ਤਾਂ ਹੋਊਗਾ ਕਿ RNA ਦਾ ਜਿਹੜਾ ਨੈਗੇਟਿਵ ਹੈ ਇਹ ਜਾ ਕੇ ਜਿਹੜਾ RX ਦਾ ਹੋਰ ਕੋਈ ਮੋਲੀਕਿਊਲ ਹੈ ਉਹਦੇ ਉੱਪਰ ਅਟੈਕ ਕਰੂਗਾ, ਠੀਕ ਹੈ। ਅਤੇ X ਆਪਦੇ ਇਲੈਕਟ੍ਰੋਨ ਲੈ ਕੇ ਚਲਿਆ ਜਾਊਗਾ। ਹੁਣ ਸੋਡੀਅਮ ਪੋਜ਼ੀਟਿਵ ਪਿਆ, X ਨੈਗੇਟਿਵ ਹੋ ਗਿਆ, ਤਾਂ ਇਹ ਕੀ ਬਣ ਗਿਆ, NaX, ਠੀਕ ਹੈ। ਆ ਫਿਰ ਆਪਣੇ ਕੋਲ ਐਲਕੇਨ ਬਣ ਗਈ। ਤਾਂ ਦੋ ਤਰ੍ਹਾਂ ਦੇ ਮਕੈਨਿਜ਼ਮ ਸੀ, ਇੱਕ ਫ੍ਰੀ ਰੈਡੀਕਲ ਮਕੈਨਿਜ਼ਮ। ਹੁਣ ਇਹਦੇ ਵਿੱਚ ਦੇਖੋ ਇੰਟਰਮੀਡੀਏਟ ਕੀ ਬਣਿਆ, ਆਰਗੈਨੋ ਸੋਡੀਅਮ ਕੰਪਾਊਂਡ, ਮਤਲਬ ਸੋਡੀਅਮ ਦਾ ਕਾਰਬਨ ਨਾਲ ਡਾਇਰੈਕਟ ਬੌਂਡ ਹੈ, ਆਰਗੈਨੋ ਸੋਡੀਅਮ ਕੰਪਾਊਂਡ ਇਹਦਾ ਇੰਟਰਮੀਡੀਏਟ ਬਣਿਆ। ਇਹਦਾ ਇੰਟਰਮੀਡੀਏਟ ਕੀ ਬਣਿਆ, ਐਲਕਾਈਲ ਫ੍ਰੀ ਰੈਡੀਕਲ, ਠੀਕ ਹੈ। ਪਹਿਲੇ ਸਟੈਪ ਤੋਂ ਬਾਅਦ ਕੀ ਬਣਦਾ ਸੀ, ਐਲਕਾਈਲ ਫ੍ਰੀ ਰੈਡੀਕਲ,
ठीक है। एक चीज़ तो दोनों के कॉमन ही बन रही है Na पॉजिटिव X नैगेटिव। दूसरी चीज़ की बनती है एल्काइल फ्री रैडिकल, ठीक है। ये मैकेनिज्म के फ्री रैडिकल मैकेनिज्म है। ये ऑर्गेनो सोडियम कंपाउंड इंटरमीडिएट जो बनता जो अगे फरदर जाके RX से फिर एक्ट कर दिंदा तो एल्केन बन जाती है। हुण इहदियां दो लिमिटेशनस आपां पढ़ लईआं। अनसिमेट्रिकल एल्केन्स नहीं बना सकते, मिथेन नहीं बना सकते। ये फिर आप क्योंकि दो कार्बनस कपल कर दियां ने घट्टो घट्ट। टर्शियरी एल्काइल हेलाइड्स ने जिहड़े वो नहीं आप यूज़ कर सकते। जिवें एल्काइल हेलाइड्स आप प्राइमरी भी कर लिया, सकैंडरी भी कर लिया, टर्शियरी नहीं कर सकते। क्यों नहीं कर सकते टर्शियरी इसलिए नहीं कर सकते क्योंकि इत्थे देखो इंटरमीडिएट की बनता कार्बन आयन। हुण जो टर्शियरी कार्बन आयन बनूगा तो कार्बन पर आ जाऊगा नैगेटिव चार्ज। हुण 3 एल्काइल ग्रुप होर लगे हुए होणगे जिहड़े प्लस आई इफैक्ट करके आपदे इलैक्ट्रॉन्स उस कार्बन नूं डोनेट करनगे, ठीक है। जो उस कार्बन नूं डोनेट करनगे तो कार्बन के उपर नैगेटिव चार्ज वध जूगा, जिहदे करके कार्बन अनस्टेबल हो जूगी, ठीक है। तो टर्शियरी कार्बिक आयन जिहड़ा सॉरी कार्बन आयन है जिहड़ा वो अनस्टेबल हुंदा, तां करके इहदे विच आपां टर्शियरी जिहड़े हैगे आ एल्काइल हेलाइड्स उन्हां नूं यूज़ नहीं कर सकते, ठीक है। नैक्सट जी अगली रिएक्शन है अपने को है कोरेहाउस रिडक्शन या कोरेहाउस रिएक्शन। हुण इस रिएक्शन दे विच होगा कि डाई एल्काइल। हुण कोरेहाउस रिएक्शन दे विच इहदा रिएजेंट है गिलमैन रिएजेंट भी कह दिंदे वैसे तो इहनूं, पर तुहानूं नाम याद रखने की कोई लोड़ नहीं हैगी। R2CuLi, ठीक है। हुण R2CuLi है जिहड़ा इस रिएक्शन दे विच जिहड़ा आपां रिएजेंट यूज़ करते हैं वो है। हुण उस तो बाद यूज़ उही करांगे आपां RX एल्काइल हेलाइड, ठीक है। हुण इहदी जदों इहदे नाल रिएक्शन करवावांगे, इहदी जिहड़ी हैगी सी ना आह लिमिटेशन भी अनसिमेट्रिकल एल्केन्स नहीं बन सकदियां इहदे विच, तां इत्थे आपां अनसिमेट्रिकल एल्केन्स बनावांगे। वो किवें बनावांगे देखो, हुण इहदे विच ना बाउंडेशन लग गई। बाउंडेशन की लग गई भी एक R इधरों ही जाऊगा, दूसरा R इधरों लऊगा ये, ठीक है। मतलब ये दो मॉलिक्यूल्स आपस च रिएक्ट नहीं कर सकते, ये दो मॉलिक्यूल आपस च रिएक्ट नहीं कर सकते। ਇਹਦਾ एक मॉलिक्यूल नाल ही रिएक्ट करूगा तो एक तरह की ही अपने को एल्केन बनूगी। मतलब R2CuLi ਦੇ ਵਿੱਚੋਂ एक R जाऊगा, दूसरा R'(X) ਦੇ ਵਿੱਚੋਂ जाऊगा ਜਿਹੜਾ जाके R' बना देणगे ते R2Cu ਸੀਗਾ, एक R ਇਹਦੇ ਵਿੱਚੋਂ चला गया, दूसरा R Cu ਦੇ ਨਾਲ ਲੱਗਿਆ ही रह गया। ਲੀਥੀਅਮ जाके X ਦੇ ਨਾਲ ਲੀਥੀਅਮ हाइड्राइड बना दूगा, ठीक है। ये ਜਿਹੜੀ है रिएक्शन होगी जिवें फॉर एग्जांपल अपने को है CH3 twice CuLi plus CH3 CH2Cl। हुण इत्थे देखो फिर ड्राई ईथर आ गया, क्यों? क्योंकि ऑर्गेनोमेटैलिक कंपाउंड है, ठीक है, ड्राई ईथर। हुण इत्थों एक इत्थों लेना आपां CH3, दूसरा कित्थों आऊगा R' आ वाला, इत्थे CH2 CH3, ठीक है। हुण R किहड़ा आ वाला होगा CH3 Cu, ठीक है, प्लस LiX। हुण कई सोचणगे इत्थे कापर दे 3 बॉन्ड ने, कापर दे 3 बॉन्ड नहीं है, कापर दे 2 बॉन्ड ने। 2 बॉन्ड बनाने तो बाद कापर के उपर नैगेटिव चार्ज आ जाता क्योंकि कापर +1 स्टेट दे विच हुंदा। कापर की कन्फिगरेशन देखो, कापर की कन्फिगरेशन है D10S1, ठीक है। उहदे विच हुंदा 3D10 4S1। हुण D10 तो फुली फिल्ड है तो कापर 1 इलैक्ट्रॉन ही लूज़ कर सकता, तो कापर 1 इलैक्ट्रॉन लूज़ करता, ठीक है। पर जो 2 एल्काइल ग्रुप्स के नाल वो बॉन्ड बना लेंदा तो कापर के उपर 2 इलैक्ट्रॉन वाधू आ गए। एक पॉजिटिव वो उपर चार्ज सी तो 1 पॉजिटिव -2 = -1, तो कापर के उपर क्या आ गया -1 चार्ज आ गया। उस -1 चार्ज नूं लिथियम 1 पॉजिटिव स्टेबल करदा, ठीक है। इन्हां दोनों का आयनिक बॉन्ड है, ये कापर के एल्काइल ग्रुप्स के नाल कोवलेंट बॉन्ड ने, ठीक है। तो कापर के उपर 1+1 ऑक्सीडेशन स्टेट के विच सीगा कापर, ठीक है। तो उही +1 ऑक्सीडेशन स्टेट के विच ये दोबारे रह गया। मतलब एक ही एल्काइल ग्रुप नाल इहने बॉन्ड बना लिया, उसका जिहड़ा बॉन्ड है वो स्टेबल होगा एज़ कंपेयर टू 2 एल्काइल ग्रुप्स से, ठीक है। हुण इत्थे बनया कि अपने कोले ये बन गई प्रोपेन, ठीक है। बाकी सारिया चीज़ां तुहाडे कोले है ही है। हाँ जी, सिर्फ एक तरह की ही ये एल्केन बनूगी जिवें आपां पहलां पढ़िया, ठीक है। हुण अगे गुड यील्ड लैण दे लई, मतलब अपने कोल ज़्यादा अमाउंट दे विच प्रोडक्ट बने, आपां की करांगे प्राइमरी एल्काइल ग्रुप है जिहड़ा एल्काइल हेलाइड है जिहड़ा वो प्राइमरी एल्काइल ग्रुप यूज़ करांगे। ते जिहड़ा एल्काइल ग्रुप इहदे विच ने कापर कंपाउंड दे विच ने एल्काइल ग्रुप, ठीक है, वो प्राइमरी सकैंडरी टर्शरी कोई भी हो सकदा।
ठीक है। जिवें आपां इत्थे यूज़ किया एल्काइल हैलाइड जिहड़ा आपां यूज़ किया, आपां किहड़ा यूज़ किया सी प्राइमरी, इथाइल ग्रुप यूज़ किया सी प्राइमरी। ये प्राइमरी ही होना चाहिए जिवें आपां उपर पढ़ के हटे हैं, ठीक है। ये प्राइमरी ही होना चाहिए। ये जिहड़ा है ये प्राइमरी सेकेंडरी टर्शियरी कोई भी हो सकता, ठीक है। हाँ जी, तो हुण इहदा आ गया मैकेनिज़म। मैकेनिज़म दे विच होऊगा कि रिएक्शन दे विच मतलब की चीज़ां जिहड़ियां ने ओह रिएक्शन दे विच हो रही ने, हुण ये चीज़ आपां पढ़ांगे। सब तो पहलां तां अपने कोल जिवें उही चीज़ आपां आर लिख लैंदे आ, ठीक है। अपने कोल है R2CuLi प्लस RX। हुण होऊगा कि इहदे विच, ठीक है, कापर दे आपां नूं पता है 1 नेगेटिव चार्ज, ठीक है, क्योंकि उन्हें 2 बॉन्ड बनाए हुए ने, तां इत्थे 1 दी थां ते आपां नेगेटिव ही बनाउने आ, ठीक है। ये नेगेटिव जाके चार्ज जिहड़ा है इत्ते अटैक करूगा, ठीक है, तो एक्स है जिहड़ा ओह बाहर चला जाऊगा, ठीक है। हुण जदों देखांगे इंटरमीडिएट दे विच की होऊगा, कापर आर ते R2 इहदे नाल पहलां लग्गिआ, इहनूं R डैश कर लो, तीसरे पासे इहदे नाल लग गया R डैश, ठीक है। चौथा हले बॉन्ड मान लो टुटिया नहीं है जां कह लो टुट गया, तो एक्स ने कापर दे नाल ही आके, क्योंकि कापर ने जो इहदे नाल बॉन्ड बनाया तो कापर ते पॉजिटिव चार्ज आ गया, एक्स ते है नैगेटिव, तो कापर ते एक्स फेर चार्ज आपदा जिहड़ा बॉन्ड बना लैणगे, ठीक है। तो लीथियम नाल उहदे लग्गिआ ही होया, ठीक है। तो ये की हो गया अनस्टेबल इंटरमीडिएट। हुण ये इंटरमीडिएट बनिया। हुण ये इंटरमीडिएट अगे की है फरदर टुटूगा, टुटण दे लई सब तो पहलां तां एक्स नैगेटिव जाऊगा, ठीक है। तो बस आपां सिंपली इत्थे आर डैश आ पिया, आर ते आर डैश जुड़ दिन्ने, ठीक है। दोनों रिमूव हो गए जो कापर दे विचों, RCu अलग निकल गया, तो लीथियम है जिहड़ा लीथियम पॉजिटिव, ये एक्स दे नाल LiX आ चीज़ बन गई अपने को, ठीक है। सिंपल ज़्यादा मैकेनिज़म है, मतलब एक ट्रांजिशन स्टेट बनी है या इंटरमीडिएट कह लो, इनके इंटरमीडिएट बनया, ट्रांजिशन स्टेट नहीं कह सकते इनू आप, इंटरमीडिएट बनया जिहड़ा कि बहुत ज़्यादा अनस्टेबल सी, कापर दे 4 बॉन्ड बने हुए सी, उन्हां दे विचों कापर ने फटाफट आपदे जिहड़े बाकी 3 बॉन्ड तोड़ ले, ठीक है। आ 2 तो पहले ही हैगे सी, इन्हां दे विचों एक तोड़ लिया, एक रख लिया, आ जिहड़े 2 नवें बने सी भी तोड़ते, ठीक है। तो अलग अलग जिहड़े कंपाउंड्स ने अपने कोले बन गए। हुण ये रिएक्शन है जिहड़ी ये बेटर रिएक्शन है वर्ड्स रिएक्शन नालों, ठीक है। बेटर रिएक्शन क्यों है, क्योंकि इस रिएक्शन दे विच सिर्फ एक तरह की ही एल्केन बनती है, तो वह भी बहुत गुड यील्ड आउंदी है उहदी, मतलब 90-95% जिहड़ी एल्केन है आपां नूं मिल जाती है प्योर फॉर्म दे विच, ठीक है। क्योंकि कल्ली हुंदी है तो प्योर फॉर्म दे विच भी मिल जाती है। उस तो बाद जिहड़ा नैक्सट है अपने कोले, नैक्सट मैथड वो है अपने कोले डिकार्बोक्सिलेशन ऑफ कार्बोक्सिलिक एसिड्स, कार्बोक्सिलिक एसिड्स की डिकार्बोक्सिलेशन रिएक्शन। मतलब डिकार्बोक्सिलेशन देखो पहला तो डिकार्बोक्सिलेशन रिएक्शन होंदी है जिहदे विच डिकार्बोक्सिलेशन मतलब कार्बन डाइऑक्साइड जिहड़ी है वो बाहर निकलूगी, डिकार्बोक्सिलेशन रिएक्शन। हुण कार्बोक्सिलिक एसिड्स दे विचों कार्बन डाइऑक्साइड या कह लो डिकार्बोक्सी का मतलब होंदा कार्बन ते ऑक्सीजन, ठीक है। कार्बन ऑक्सीजन लैके कार्बन डाइऑक्साइड बन के बाहर जा सकती है, कार्बन मोनोऑक्साइड बन के बाहर जा सकती है, ठीक है। कार्बोनेट आयन बन के बाहर जा सकती है। और डिपेंड करता रिएक्शन कंडीशनस ते कि एसिडिक या बेसिक किहड़ियां रिएक्शन कंडीशनस ने, उस रिएक्शन कंडीशन के उपर वो चीज़ डिपेंड करती है, ठीक है। हुण इहदे विच होऊगा कि इस रिएक्शन दे विच जदों आपां किसी भी कार्बोक्सिलिक एसिड नूं या कार्बोक्सिलिक एसिड दे सोਡੀਅਮ साल्ट नूं आपां जदों सोडा लाइम होंदा, सोडा होंदा अपना सोਡੀਅਮ हाइड्रोक्साइड, लाइम की होंदा चूना, लाइम वाटर पढ़िया होगा तुसीं, चूना पानी, ठीक है। जदों लाइम वाटर नूं ओह मिल्की कर दिंदियां, कार्बन डाइऑक्साइड हुंदी जिहड़ी पंजाबी च आपां कहने ने कार्बन डाइऑक्साइड चूने के पानी नूं दुधिया रंग का कर दिंदी है, ठीक है। तो सोडा लाइम है जिहड़ा वो हुंदा सोਡੀਅਮ हाइड्रोक्साइड ते कैल्शियम ऑक्साइड, ठीक है। चूना ते सोडा दोनों मिला दें जो आप हुण जो इस दी प्रैजेंस दे विच आपां कार्बोक्सिलिक एसिड्स नूं हीट करते हैं उस टाइम ते डिकार्बोक्सिलेशन रिएक्शन होंदी है। रिएक्शन की होंदी है RCOONA ते सोਡੀਅਮ हाइड्रोक्साइड रिएक्ट करनगे, ठीक है। Na2CO3 है जिहड़ा आ देखो NaO इधरों COONA इधरों H ते R जुड़ जाएंगे, ठीक है। तो Na2CO3 बाहर निकल जूगा रिएक्शन दे विचों। इस तरह ही जिवें फॉर एग्जाम्पल CH3CONA NaOH ये C ते H जुड़ जाने, CH3 ते H जुड़ जाएंगे, CH4 बन जूगा
Na2CO3 ਜਿਹੜਾ ਹੈ ਉਹ ਬਾਹਰ ਨਿਕਲ ਜੂਗਾ। ਠੀਕ ਹੈ, NaOH ਨੂੰ ਆਪਾਂ ਇਕੱਲੇ ਨੂੰ ਵੀ ਯੂਜ਼ ਕਰ ਸਕਦੇ ਹਾਂ। ਠੀਕ ਹੈ, ਪਰ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ NaOH ਹੈ ਉਹ ਹਾਈਗਰੋਸਕੋਪਿਕ ਹੁੰਦਾ। ਲੈਬ ਦੇ ਵਿੱਚ ਵੀ ਤੁਸੀਂ ਦੇਖੋਗੇ ਜੇ ਤੁਸੀਂ ਸੋਡੀਅਮ ਹਾਈਡਰੋਕਸਾਈਡ ਥੋੜ੍ਹਾ ਜਿਹਾ ਟਾਈਮ 1-ਅੱਧਾ ਮਿੰਟ ਵੀ ਜੇ ਬਾਹਰ ਪਿਆ ਰਹਿ ਜੇ ਨਾ ਇੱਦਾਂ, ਤਾਂ ਉਹ ਪਾਣੀ 'ਚ ਛੱਡਣ ਲੱਗ ਜਾਂਦਾ, ਗਿੱਲਾ ਜਿਹਾ ਹੋ ਜਾਂਦਾ। ਠੀਕ ਹੈ, ਹਾਈਗਰੋਸਕੋਪਿਕ ਹੁੰਦਾ ਮਤਲਬ ਉਹਦਾ ਹਾਈਗਰੋਸਕੋਪਿਕ ਦਾ ਮਤਲਬ ਕੀ ਹੁੰਦਾ ਵੀ ਜੇ ਉਹ ਖੁੱਲ੍ਹਾ ਪਿਆ ਰਹਿ ਜੇ, ਮਤਲਬ ਓਪਨ ਦੇ ਵਿੱਚ ਰਹਿ ਜੇ ਹਵਾ ਦੇ ਵਿੱਚ, ਤਾਂ ਉਹ ਪਾਣੀ ਜਿਹੜਾ ਹੈ ਉਹ ਐਬਜ਼ੋਰਬ ਕਰਨ ਲੱਗ ਜਾਂਦਾ। ਏਅਰ ਦੇ ਵਿੱਚੋਂ ਪਾਣੀ ਐਬਜ਼ੋਰਬ ਕਰਕੇ ਉਹ ਥੋੜ੍ਹਾ ਜਿਹਾ ਗਿੱਲਾ ਹੋ ਜਾਂਦਾ, ਮਤਲਬ ਖ਼ਰਾਬ ਹੋ ਜਾਂਦਾ, ਕੰਮ ਨਹੀਂ ਕਰਦਾ ਫਿਰ। ਠੀਕ ਹੈ, ਅਤੇ ਜਿਹੜਾ ਚੂਨਾ ਹੈ ਆਪਾਂ ਨੂੰ ਪਤਾ ਚੂਨਾ ਜਿਹੜਾ ਉਹ ਡੀਹਾਈਡਰੇਟਿੰਗ ਏਜੰਟ। ਠੀਕ ਹੈ, ਮਤਲਬ ਜਿਵੇਂ ਆਪਾਂ ਨੂੰ ਪਤਾ ਨਾ ਵੀ ਕਲੀ ਜਦੋਂ ਕਰਦੇ ਹਾਂ ਉਹਦੇ ਨਾਲ ਹੱਥ ਖ਼ਰਾਬ ਹੋ ਜਾਂਦੇ ਆ। ਠੀਕ ਹੈ, ਜਾਂ ਹੱਥ ਡੀਹਾਈਡਰੇਟ ਹੋ ਜਾਂਦੇ ਆ, ਖੁਸ਼ਕ ਜਿਹੇ ਹੋ ਜਾਂਦੇ ਆ, ਤਾਂ ਇਹ ਜਿਹੜਾ ਚੂਨਾ ਹੁੰਦਾ ਇਹ ਡੀਹਾਈਡਰੇਟਿੰਗ ਏਜੰਟ ਹੁੰਦਾ। ਠੀਕ ਹੈ, ਅਤੇ ਇਹ ਸੋਡੀਅਮ ਹਾਈਡਰੋਕਸਾਈਡ ਨੂੰ ਵਾਟਰ ਐਬਜ਼ੋਰਬ ਕਰਨ ਤੋਂ ਰੋਕਦਾ, ਤਾਂ ਕਰਕੇ ਆਪਾਂ ਸੋਡੀਅਮ ਹਾਈਡਰੋਕਸਾਈਡ ਦੇ ਨਾਲ CaO ਹੈ ਜਿਹੜਾ, ਲਾਈਮ ਹੈ ਜਿਹੜਾ ਉਹ ਯੂਜ਼ ਕਰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਇਹ ਜਿਹੜਾ ਮੈਥਡ ਹੈ ਹੁਣ ਇਹਦਾ ਵੀ ਡਰਾਬੈਕ ਹੈ ਮੈਥਡ ਦਾ। ਇਹਦਾ ਮੈਥਡ ਦਾ ਡਰਾਬੈਕ ਇਹੀ ਹੈ ਵੀ ਸਿਰਫ ਜਦੋਂ ਆਪਾਂ ਆਹੀ ਸੋਡੀਅਮ ਐਸੀਟੇਟ ਆਪਾਂ ਯੂਜ਼ ਕਰਦੇ ਹਾਂ, ਸਿਰਫ ਉਸੇ ਟਾਈਮ ਹੀ ਆਪਣੇ ਕੋਲ ਮਿਥੇਨ ਜਿਹੜੀ ਗੈਸ ਹੈ ਉਹੀ ਮਿਲਦੀ ਆ ਆਪਾਂ ਨੂੰ। ਹੋਰ ਜੇ ਆਪਾਂ ਕੋਈ ਚੀਜ਼ ਯੂਜ਼ ਕਰਾਂਗੇ ਨਾ ਇਹਦੇ ਵਿੱਚ, ਕੋਈ ਹੋਰ ਐਸਿਡ ਯੂਜ਼ ਕਰਾਂਗੇ, ਤਾਂ ਉੱਥੇ ਆਪਾਂ ਨੂੰ ਇੱਕ ਪ੍ਰੋਡਕਟ ਨਹੀਂ, ਇੱਕ ਤੋਂ ਵੱਧ ਪ੍ਰੋਡਕਟ ਮਿਲਣਗੇ। ਠੀਕ ਹੈ, ਉੱਥੇ ਇਹ ਰਿਐਕਸ਼ਨ ਹੈ ਜਿਹੜੀ ਇਹ ਫੇਲ ਹੋ ਜਾਂਦੀ ਹੈ। ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ ਹੈ CH3 CH2 COONA। ਠੀਕ ਹੈ, ਆਹ ਆਪਾਂ ਯੂਜ਼ ਕਰਦੇ ਹਾਂ 3 ਕਾਰਬਨ ਦਾ ਸੋਡੀਅਮ ਪ੍ਰੋਪੇਨੋਏਟ। ਜਦੋਂ ਇਹਦੀ ਰਿਐਕਸ਼ਨ ਕਰਾਂਗੇ ਤਾਂ ਆਪਣੇ ਕੋਲ 2 ਕਾਰਬਨ ਵਾਲਾ ਪ੍ਰੋਡਕਟ ਵੀ ਬਣੂਗਾ, 1 ਕਾਰਬਨ ਵਾਲਾ ਪ੍ਰੋਡਕਟ ਵੀ ਬਣੂਗਾ। ਹਾਈਡਰੋਜਨਸ ਆਪਸ ਦੇ ਵਿੱਚ ਵੀ ਐਡ ਹੋ ਸਕਦੀਆਂ ਨੇ, ਤਾਂ 44% ਆਪਾਂ ਨੂੰ ਇਥੇਨ ਮਿਲੂਗੀ, 20% ਆਪਾਂ ਨੂੰ ਮਿਥੇਨ ਮਿਲੂਗੀ, 33% ਹਾਈਡਰੋਜਨ ਮਿਲੂਗੀ। ਠੀਕ ਹੈ, ਮਤਲਬ ਆਪਾਂ ਨੂੰ ਯੀਲਡ ਨਹੀਂ ਮਿਲਣੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ। ਪਹਿਲੀ ਗੱਲ ਤਾਂ ਉਹਦੀ ਯੀਲਡ ਹੀ ਨਹੀਂ ਮਿਲਣੀ। ਉਸ ਤੋਂ ਬਾਅਦ ਤਿੰਨ ਗੈਸਸ ਦਾ ਮਿਕਸਚਰ ਮਿਲੂਗਾ ਜਿਨ੍ਹਾਂ ਨੂੰ ਆਪਾਂ ਨੂੰ ਸੈਪਰੇਟ ਕਰਨਾ ਬਹੁਤ ਔਖਾ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਰਹਿ ਗਿਆ, ਠੀਕ ਹੈ, 3-4% ਉਹ ਅਨਸੈਚੂਰੇਟਡ ਹਾਈਡਰੋਕਾਰਬਨਸ ਜਿਹੜੀਆਂ ਨੇ ਆਪਾਂ ਨੂੰ ਉਹ ਮਿਲਣਗੀਆਂ। ਠੀਕ ਹੈ, ਤਾਂ ਮਤਲਬ ਬਹੁਤ ਜ਼ਿਆਦਾ ਗੈਸਸ ਦਾ ਮਿਕਸਚਰ ਮਿਲੂਗਾ ਆਪਾਂ ਨੂੰ, ਉਹਨੂੰ ਈਜ਼ੀਲੀ ਆਪਾਂ ਸੈਪਰੇਟ ਨਹੀਂ ਕਰ ਸਕਦੇ। ਉਸ ਤੋਂ ਬਾਅਦ ਮੈਕੈਨਿਜ਼ਮ, ਇਸ ਸੈਕਸ਼ਨ ਦਾ ਮੈਕੈਨਿਜ਼ਮ ਕੀ ਹੈ? ਮੈਕੈਨਿਜ਼ਮ ਦੇ ਵਿੱਚ ਦੇਖੋ ਆਪਣੇ ਕੋਲ ਹੈ CH3CONA ਜਾਂ RCONA ਲਿਖ ਲਓ, RC ਡਬਲ ਬੌਂਡ O ਨੈਗੇਟਿਵ, ਇੱਥੇ Na ਪੋਜ਼ੀਟਿਵ। ਠੀਕ ਹੈ, Na ਨੂੰ ਤਾਂ ਆਪਾਂ ਗਿਣਦੇ ਹੀ ਨਹੀਂ ਹੁੰਦੇ ਮੈਕੈਨਿਜ਼ਮ ਦੇ ਵਿੱਚ। ਠੀਕ ਹੈ, ਤਾਂ ਇੱਥੇ ਹੋਊਗਾ ਕਿ OH ਨੈਗੇਟਿਵ ਹੈ ਜਿਹੜਾ ਸੋਡੀਅਮ ਹਾਈਡਰੋਕਸਾਈਡ ਹੈ, ਉੱਥੋਂ OH ਨੈਗੇਟਿਵ ਆ ਕੇ, ਕਿਉਂਕਿ ਕਾਰਬਨ ਦੇ ਨਾਲ 2 ਆਕਸੀਜਨਾਂ ਲੱਗੀਆਂ ਨੇ, ਇਲੈਕਟ੍ਰੋਨੈਗੇਟਿਵ ਆਕਸੀਜਨ ਇਲੈਕਟ੍ਰੋਨਸ ਖਿੱਚ ਲੈਣਗੇ ਤਾਂ ਕਾਰਬਨ 'ਤੇ ਕੀ ਆ ਜਾਊਗਾ? ਪਾਰਸ਼ੀਅਲ ਪੋਜ਼ੀਟਿਵ ਚਾਰਜ। ਠੀਕ ਹੈ, ਤਾਂ OH ਨੈਗੇਟਿਵ ਹੈ, ਪਾਰਸ਼ੀਅਲ ਪੋਜ਼ੀਟਿਵ 'ਤੇ ਜਾ ਕੇ ਇਹ ਅਟੈਕ ਕਰੂਗਾ, ਤਾਂ ਆਪਣੇ ਕੋਲ ਬਣ ਕੇ ਜਾਊਗਾ। ਸੋਡੀਅਮ ਨੂੰ ਆਪਾਂ ਇਗਨੋਰ ਹੀ ਕਰ ਦਿਓ ਇੱਥੋਂ। ਠੀਕ ਹੈ, ਜੇ ਕਰਨਾ ਤਾਂ, ਜੇ ਰੱਖਣਾ ਤਾਂ ਰੱਖ ਲਓ, ਐਡਾ ਕੋਈ ਚੱਕਰ ਵੀ ਨਹੀਂ ਹੈ। ਠੀਕ ਹੈ, ਤਾਂ ਇੱਥੇ ਹੋਊਗਾ ਆਪਣੇ ਕੋਲ RC ਡਬਲ ਬੌਂਡ O। ਠੀਕ ਹੈ, ਅਤੇ O ਨੈਗੇਟਿਵ। ਹੁਣ ਜਦੋਂ ਇਹਦਾ OH ਦੇ ਨਾਲ ਬੌਂਡ ਬਣਿਆ ਤਾਂ ਕਾਰਬਨ ਦੇ ਕਿੰਨੇ ਬੌਂਡ ਬਣ ਗਏ? 1 2 3 4 5। ਠੀਕ ਹੈ, ਤਾਂ ਇਹ ਕੀ ਕਰੂਗਾ? ਆਪਦਾ ਇੱਕ ਬੌਂਡ ਇੱਥੋਂ ਹੀ, 5 ਬੌਂਡ ਤਾਂ ਬਣ ਨਹੀਂ ਸਕਦੇ ਕਾਰਬਨ ਦੇ, ਕਿਉਂਕਿ ਉਹਦੇ ਕੋਲ 4 ਹੀ ਆਰਬਿਟਲ ਹੁੰਦੇ ਨੇ। ਠੀਕ ਹੈ, ਤਾਂ ਇੱਥੇ ਆਹ ਜਿਹੜਾ ਬੌਂਡ ਹੈ ਇਹ ਨਾਲ ਦੀ ਨਾਲ ਹੀ ਇਹ ਬੌਂਡ ਤੋੜ ਕੇ ਸਿੰਗਲ ਬਣਾ ਲੂਗਾ, ਅਤੇ ਆਕਸੀਜਨ ਕੋਲੇ ਲੋਨ ਪੇਅਰ ਚਲੇ ਜਾਣਗੇ, ਅਤੇ ਆਕਸੀਜਨ 'ਤੇ ਆ ਜਾਊਗਾ ਨੈਗੇਟਿਵ ਚਾਰਜ। ਠੀਕ ਹੈ, ਹੁਣ ਨੈਕਸਟ ਕੀ ਹੋਇਆ? ਇਹ ਜਿਹੜੇ ਹੁਣ ਜਦੋਂ 2 ਆਕਸੀਜਨਾਂ ਇਕੱਠੀਆਂ ਅਤੇ ਨੈਗੇਟਿਵ ਚਾਰਜ ਇੱਕੋ ਕਾਰਬਨ 'ਤੇ ਲੱਗੀਆਂ ਹੋਈਆਂ ਨੇ, ਨੈਗੇਟਿਵ ਚਾਰਜ ਹਾਈਲੀ ਰਿਪੈਲ ਕਰੂਗਾ ਇੱਕ ਦੂਸਰੀ ਨੂੰ। ਠੀਕ ਹੈ, ਤਾਂ ਇਹ ਕੀ ਕਰਨਗੇ? ਵਾਪਸ ਚਾਹੇ ਤਾਂ ਇਹ ਆਕਸੀਜਨ ਚਾਹੇ ਇਹ ਆਕਸੀਜਨ ਕਾਰਬਨ ਨਾਲ ਬੌਂਡ ਬਣਾ ਲੂ ਡਬਲ, ਅਤੇ ਕਾਰਬਨ ਜਿਹੜਾ ਹੈ ਆਹ ਬੌਂਡ ਇਹਨੇ ਹੁਣੇ ਬਣਾਇਆ, ਆਕਸੀਜਨਾਂ ਨਾਲੋਂ ਤੋੜ ਨਹੀਂ ਸਕਦੀ ਇਹ, ਆਰ ਦਾ ਜਿਹੜਾ ਬੌਂਡ ਹੈ ਉਹ ਤੋੜ ਲੂਗੀ ਇਹ। ਠੀਕ ਹੈ, ਤਾਂ ਇੱਥੇ ਹੋਊਗਾ ਕਿ ਆਰ, ਕਿਉਂਕਿ ਆਰ ਇਲੈਕਟ੍ਰੋਨਸ ਲੈ ਕੇ ਗਿਆ ਤਾਂ ਆਰ ਕੀ ਚਲਾ ਗਿਆ? ਨੈਗੇਟਿਵ, ਪਲੱਸ C, ਇੱਥੇ ਡਬਲ ਬੌਂਡ ਬਣ ਗਿਆ, O ਨੈਗੇਟਿਵ ਹੋ ਗਿਆ, ਇੱਥੇ ਕੀ ਬਣਿਆ? OH। ਠੀਕ ਹੈ, ਤਾਂ ਆਰ ਕੀ ਕਰੂਗਾ? H 'ਤੇ ਅਟੈਕ ਕਰੂਗਾ, ਆਕਸੀਜਨ ਕੋਲ ਆਪਦੇ ਇਲੈਕਟ੍ਰੋਨ ਚਲੇ ਜਾਣਗੇ। ਠੀਕ ਹੈ, ਤਾਂ ਬਣ ਕੇ ਜਾਊਗਾ ਆਪਣੇ ਕੋਲ RH ਪਲੱਸ C ਡਬਲ ਬੌਂਡ O ਆਹ ਵਾਲਾ, ਦੂਸਰਾ ਸਿੰਗਲ ਬੌਂਡ ਆਹ, ਅਤੇ ਤੀਸਰਾ O ਆਹ ਵਾਲਾ। ਠੀਕ ਹੈ, ਤਾਂ CO3 2 ਨੈਗੇਟਿਵ, ਜਿਹਨੂੰ ਆਪਾਂ ਕਾਰਬੋਨੇਟ ਵੀ ਕਹਿੰਦੇ ਹਾਂ। ਆਹ ਚੀਜ਼ ਆਪਣੇ ਕੋਲ ਬਣ ਗਈ, ਐਲਕੇਨ ਬਣ ਗਈ, ਜਿਹੜਾ ਆਪਾਂ ਨੂੰ ਮੇਨ ਕੰਮ ਸੀਗਾ, ਅਤੇ ਨਾਲ ਦੀ ਨਾਲ ਕੀ ਬਣ ਗਿਆ? ਕਾਰਬੋਨੇਟ। ਠੀਕ ਹੈ, ਨੈਕਸਟ ਜਿਹੜੀ ਰਿਐਕਸ਼ਨ ਹੈ ਆਪਣੇ ਕੋਲ ਕੋਲਬ ਇਲੈਕਟ੍ਰੋਲੀਟਿਕ ਮੈਥਡ। ਅੱਛਾ, ਇੱਕ ਗੱਲ ਦਾ ਹੋਰ ਧਿਆਨ ਰੱਖਿਓ,
ਵੀ ਜਿਹੜੀ ਚੀਜ਼ ਆਪਾਂ ਨੂੰ ਮਿਲੂਗੀ ਨਾ, ਜਿਵੇਂ 3 ਕਾਰਬਨਾਂ ਸੀ ਇੱਧਰ, ਇੱਕ ਤਾਂ ਕਾਰਬਨ ਡਾਈਆਕਸਾਈਡ ਬਣਾ ਕੇ ਆਪਾਂ ਬਾਹਰ ਹੀ ਕੱਢਤੀ ਕਾਰਬਨ, ਠੀਕ ਹੈ। ਅਤੇ ਜਿਹੜੀ ਚੀਜ਼ ਰਹਿ ਜੂਗੀ ਉਹਦੇ ਵਿੱਚ ਇੱਕ ਕਾਰਬਨ ਹਮੇਸ਼ਾ ਘੱਟ ਹੋਊਗੀ ਸਟਾਰਟਿੰਗ ਮਟੀਰੀਅਲ ਨਾਲੋਂ। ਡੀਕਾਰਬੋਕਸੀਲੇਸ਼ਨ ਰਿਐਕਸ਼ਨ ਹੈ, ਮਤਲਬ ਕਾਰਬਨ ਘਟੂਗੀ ਰਿਐਕਸ਼ਨ ਦੇ ਵਿੱਚ, ਠੀਕ ਹੈ। ਜੇ ਆਪਾਂ 4 ਯੂਜ਼ ਕਰ ਰਹੇ ਹਾਂ ਤਾਂ ਆਪਾਂ ਨੂੰ ਵੱਧ ਤੋਂ ਵੱਧ 3 ਹੀ ਮਿਲਣਗੀਆਂ ਪ੍ਰੋਡਕਟ ਦੇ ਵਿੱਚ, ਠੀਕ ਹੈ। ਨੈਕਸਟ ਹੈ ਆਪਣੇ ਕੋਲ ਕੋਲਬਸ ਇਲੈਕਟ੍ਰੋਲੀਟਿਕ ਮੈਥਡ। ਇਲੈਕਟ੍ਰੋਲੀਟਿਕ ਮੈਥਡ ਕੋਲਬ ਨੇ ਦਿੱਤਾ ਸੀ ਇਹ ਮੈਥਡ, ਤਾਂ ਕਰਕੇ ਕੋਲਬਸ ਮੈਥਡ, ਠੀਕ ਹੈ। ਅਤੇ ਇਲੈਕਟ੍ਰੋਲੀਟਿਕ ਮੈਥਡ, ਇਲੈਕਟ੍ਰੋਲੀਟਿਕ ਦਾ ਕੀ ਮਤਲਬ ਹੁੰਦਾ, ਬਿਜਲੀ ਲੰਘਾ ਕੇ ਆਪਾਂ ਲਿਸਿਸ ਕਰਨਾ ਕੀ ਹੁੰਦਾ, ਬੌਂਡ ਤੋੜਨਾ, ਜਿਵੇਂ ਹੋਮੋਲਿਸਿਸ ਹੈਟਰੋਲਿਸਿਸ, ਠੀਕ ਹੈ। ਜਦੋਂ ਆਪਾਂ ਬਿਜਲੀ ਪਾਸ ਕਰਾਂਗੇ, ਇਲੈਕਟ੍ਰੀਸਿਟੀ ਪਾਸ ਕਰਾਂਗੇ ਕਿਸੇ ਚੀਜ਼ ਵਿੱਚ ਦੀ, ਤਾਂ ਉਹਦੀ ਆਇਓਨਾਈਜੇਸ਼ਨ ਹੋ ਜੂਗੀ, ਬੌਂਡ ਟੁੱਟ ਜਾਣਗੇ। ਤਾਂ ਜਿਹੜਾ ਮੈਥਡ ਹੈ ਇਹ ਹੋਊਗਾ ਇਲੈਕਟ੍ਰੋਲਿਸਿਸ ਮੈਥਡ ਜਾਂ ਇਲੈਕਟ੍ਰੋਲੀਟਿਕ ਮੈਥਡ, ਇਹਨੂੰ ਆਪਾਂ ਇਨ ਜਨਰਲ ਕਹਿ ਦਿੰਦੇ ਹਾਂ, ਠੀਕ ਹੈ। ਜਦੋਂ ਆਪਾਂ ਕੰਸਨਟਰੇਟਡ ਕਿਉਂ, ਕਿਉਂਕਿ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਆਪਾਂ ਨੂੰ ਉਹ ਚੀਜ਼ ਚਾਹੀਦੀ ਹੈ, ਤਾਂ ਹੀ ਆਪਾਂ ਬਿਜਲੀ ਪਾਸ ਕਰਕੇ, ਮਤਲਬ ਬਿਜਲੀ ਵੀ ਪਾਸ ਕਰਨੀ ਹੈ ਅਤੇ ਥੋੜ੍ਹੀ ਅਮਾਊਂਟ ਦੇ ਵਿੱਚ ਜੇ ਲੈ ਲਾਂਗੇ ਤਾਂ ਪ੍ਰੋਡਕਟ ਘੱਟ ਬਣੂਗਾ। ਤਾਂ ਕੰਸਨਟਰੇਟਡ ਸੋਲਿਊਸ਼ਨ, ਬਹੁਤ ਹਾਈ ਅਮਾਊਂਟ ਦੇ ਵਿੱਚ ਸੋਲਿਊਸ਼ਨ ਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਹੈ। ਐਕੁਆ ਸੋਲਿਊਸ਼ਨ, ਪਾਣੀ ਦਾ ਸੋਲਿਊਸ਼ਨ ਜਦੋਂ ਲਵਾਂਗੇ, ਸੋਡੀਅਮ ਜਾਂ ਪੋਟਾਸ਼ੀਅਮ ਸਾਲਟ, ਕਾਰਬੋਕਸਿਲਿਕ ਐਸਿਡ ਦਾ ਲੈਣਾ ਆਪਾਂ, ਉਹਨੂੰ ਪਾਣੀ ਦੇ ਵਿੱਚ ਘੋਲ ਕੇ ਜਦੋਂ ਉਹਦਾ ਕੰਸਨਟਰੇਟਡ ਸੋਲਿਊਸ਼ਨ ਲਵਾਂਗੇ, ਉਹਦੇ ਵਿੱਚ ਬਿਜਲੀ ਪਾਸ ਕਰਾਵਾਂਗੇ ਤਾਂ ਐਲਕੇਨਸ ਬਣਨਗੀਆਂ। ਰਿਐਕਸ਼ਨ ਜਿਹੜੀ ਹੈ ਉਹ ਕੀ ਹੋਊਗੀ, RCOONA, ਸੋਡੀਅਮ ਸਾਲਟ ਆਫ ਐਸਿਡ, ਕਾਰਬੋਕਸਿਲਿਕ ਐਸਿਡ, ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ, ਕਿਉਂਕਿ ਐਕੁਅਸ ਸੋਲਿਊਸ਼ਨ ਹੈ, ਠੀਕ ਹੈ। ਤਾਂ ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਸ਼ਨ ਹੋਊਗੀ। ਇਲੈਕਟ੍ਰੋਲਿਸਿਸ ਜਦੋਂ ਹੋਊਗੀ ਤਾਂ RR ਐਲਕੇਨ ਬਣ ਜੂਗੀ, 2 ਕਾਰਬਨ ਡਾਈਆਕਸਾਈਡ ਦੇ ਮੋਲੀਕਿਊਲ ਬਾਹਰ ਨਿਕਲ ਜਾਣਗੇ, 2 H2 ਦੇ ਨਿਕਲ ਜਾਣਗੇ, ਸੋਡੀਅਮ ਹਾਈਡਰੋਕਸਾਈਡ ਅਲੱਗ ਬਣ ਜੂਗਾ, ਠੀਕ ਹੈ। ਜਿਵੇਂ ਫਾਰ ਐਗਜ਼ਾਮਪਲ CH3 CH2 COONA plus H2O, ਇਲੈਕਟ੍ਰੋਲਿਸਿਸ, ਇਹ ਜਦੋਂ ਇਲੈਕਟ੍ਰੋਲਿਸਿਸ ਕਰਦੇ ਹਾਂ ਆਪਾਂ ਤਾਂ CH3, ਮੈਨੂੰ ਲੱਗਦਾ ਇੱਕ ਜਾਣੇ ਨੂੰ ਇਹ ਅਸਾਈਨਮੈਂਟ ਵੀ ਹੈ ਇਸੇ ਟੌਪਿਕ ਦੀ, ਮੈਨੂੰ ਯਾਦ ਵੀ ਨਹੀਂ ਪ੍ਰੋਪਰ ਵੈਸੇ, 2CO2 H2 2NaOH, ਠੀਕ ਹੈ। ਆਹ ਚੀਜ਼ ਜਿਹੜੀ ਹੈ ਆਪਣੇ ਕੋਲ ਬਣ ਗਈ, 4 ਕਾਰਬਨਸ ਵਾਲੀ ਐਲਕੇਨ ਬਣੀ, ਠੀਕ ਹੈ। ਉਹੀ ਚੀਜ਼ ਫੇਰ ਇੱਥੇ ਆ ਗਈ ਵੀ ਇਹਦੇ ਵਿੱਚ ਪਹਿਲੀ ਗੱਲ ਤਾਂ 2 ਕਿਉਂਕਿ ਐਲਕਾਈਲ ਗਰੁੱਪ ਜੁੜਦੇ ਆ, ਤਾਂ ਪਹਿਲੀ ਚੀਜ਼ ਤਾਂ ਇਹਦੇ ਵਿੱਚ ਸਿਮੈਟ੍ਰਿਕ ਐਲਕੇਨਸ ਬਣਨਗੀਆਂ, ਦੂਸਰੀ ਚੀਜ਼ ਇਹਦੇ ਆਪਾਂ ਮਿਥੇਨ ਨਹੀਂ ਬਣਾ ਸਕਦੇ, ਤਾਂ ਲਿਮਿਟੇਸ਼ਨ ਇਹ ਇਹਦੀ ਰਹੂਗੀ, ਠੀਕ ਹੈ। ਅਤੇ ਮੈਕੈਨਿਜ਼ਮ ਇਹਦਾ, ਹੁਣ ਕਿਉਂਕਿ ਇਲੈਕਟ੍ਰੋਲਿਸਿਸ ਹੋ ਰਹੀ ਹੈ ਤਾਂ ਹੋਊਗਾ ਕਿ ਸਭ ਤੋਂ ਪਹਿਲਾਂ ਕੀ ਹੋਊਗਾ ਉਹਦੇ ਵਿੱਚ, ਆਇਓਨਾਈਜੇਸ਼ਨ ਰਿਐਕਸ਼ਨ। ਸਭ ਤੋਂ ਪਹਿਲਾਂ ਜਦੋਂ ਬਿਜਲੀ ਪਾਸ ਕਰਾਂਗੇ, ਇਲੈਕਟ੍ਰੀਸਿਟੀ ਪਾਸ ਕਰਾਂਗੇ ਤਾਂ ਆਇਓਨਾਈਜ਼ ਹੋਣਗੇ। ਹੁਣ ਹੈ ਕੀ ਹੈ ਆਪਣੇ ਕੋਲ, ਆਹ ਅਤੇ ਆਹ 2 ਚੀਜ਼ਾਂ ਨੇ। ਪਹਿਲੀ ਚੀਜ਼ ਲਿਖੋ ਪਹਿਲਾਂ, ਆਇਓਨਾਈਜੇਸ਼ਨ ਰਿਐਕਸ਼ਨ ਹੋਊਗੀ ਕਿ RCOO ਨੈਗੇਟਿਵ, ਆਪਾਂ ਨੂੰ ਪਤਾ ਹੀ ਹੈ ਪਹਿਲਾਂ ਹੀ ਆਇਓਨਾਈਜ਼ਡ ਹੁੰਦਾ, ਠੀਕ ਹੈ। RCOO ਨੈਗੇਟਿਵ ਬਣ ਜੂਗਾ ਅਤੇ Na ਪੋਜ਼ੀਟਿਵ ਬਣ ਜੂਗਾ, ਠੀਕ ਹੈ। ਦੂਸਰੀ ਚੀਜ਼ ਕੀ ਹੈ, ਵਾਟਰ। ਹੁਣ ਵਾਟਰ ਕਿਵੇਂ ਆਇਓਨਾਈਜ਼ ਹੁੰਦਾ ਆਪਾਂ ਨੂੰ ਪਤਾ, H ਪੋਜ਼ੀਟਿਵ OH ਨੈਗੇਟਿਵ, ਠੀਕ ਹੈ। ਹੁਣ ਆਪਣੇ ਕੋਲ ਟੋਟਲ 4 ਆਇਨਸ ਬਣ ਗਏ। ਹੁਣ ਜਦੋਂ ਇਲੈਕਟ੍ਰੀਸਿਟੀ ਪਾਸ ਕਰਾਂਗੇ ਤਾਂ 2 ਇਲੈਕਟ੍ਰੋਡਸ ਲਾਵਾਂਗੇ ਆਪਾਂ, ਇੱਕ 'ਤੇ ਪੋਜ਼ੀਟਿਵ ਚਾਰਜ ਹੋਊਗਾ, ਇੱਕ 'ਤੇ ਨੈਗੇਟਿਵ ਚਾਰਜ ਹੋਊਗਾ, ਕਿਉਂਕਿ ਬੈਟਰੀ ਦੇ ਪੋਜ਼ੀਟਿਵ ਅਤੇ ਨੈਗੇਟਿਵ ਟਰਮੀਨਲ ਨਾਲ ਉਹ ਜੁੜੇ ਹੋਣਗੇ। ਮਤਲਬ ਉਹ ਕੀ ਹੋਣਗੇ, ਕੈਥੋਡ ਜਿਹਦੇ ਉੱਪਰ ਕੀ ਹੋਊਗਾ ਪੋਜ਼ੀਟਿਵ ਚਾਰਜ, ਐਨੋਡ ਜਿੱਥੇ ਹੋਊਗਾ ਨੈਗੇਟਿਵ ਚਾਰਜ, ਠੀਕ ਹੈ। ਤਾਂ ਜਿਹੜਾ ਪੋਜ਼ੀਟਿਵ ਆਇਨ ਬਣਿਆ ਉਹ ਕਿੱਥੇ ਜਾਊਗਾ, ਓਪੋਜ਼ਿਟ ਚਾਰਜ ਕਿਹੜਾ ਗਾ, ਐਨੋਡ 'ਤੇ ਕਿਹੜਾ ਜਾਊਗਾ, ਪੋਜ਼ੀਟਿਵ ਆਇਨ। ਜਿਹੜਾ ਨੈਗੇਟਿਵ ਆਇਨ ਹੈ ਉਹ ਕਿੱਥੇ ਜਾਊਗਾ, ਕੈਥੋਡ 'ਤੇ, ਠੀਕ ਹੈ। ਤਾਂ ਕੈਥੋਡ ਦੇ ਉੱਪਰ ਕਿਹੜੇ ਜਾਣਗੇ, ਆਪਾਂ ਇੱਥੇ ਲਿਖ ਲੈਂਦੇ ਹਾਂ, ਆਇਨਸ ਐਟ ਕੈਥੋਡ, ਆਇਨਸ ਐਟ ਐਨੋਡ, ਠੀਕ ਹੈ। ਹੁਣ ਕੈਥੋਡ 'ਤੇ ਹੈ ਪੋਜ਼ੀਟਿਵ ਚਾਰਜ ਅਤੇ ਨੈਗੇਟਿਵ ਆਇਨਸ ਓਪੋਜ਼ਿਟ ਚਾਰਜ ਵਾਲੇ, ਇਹ ਦੋਨੇ ਜਾਣਗੇ। ਕਿਹੜੇ ਜਾਣਗੇ, RCOO ਨੈਗੇਟਿਵ ਐਂਡ OH ਨੈਗੇਟਿਵ। ਐਨੋਡ 'ਤੇ ਕਿਹੜੇ ਜਾਣਗੇ, ਸੋਡੀਅਮ ਪੋਜ਼ੀਟਿਵ ਅਤੇ ਦੂਸਰਾ H ਪੋਜ਼ੀਟਿਵ, ਠੀਕ ਹੈ। ਹੁਣ ਆ ਜਾਂਦਾ ਇਹਦਾ ਮੈਕੈਨਿਜ਼ਮ। ਹੁਣ ਦੇਖੋ ਕੈਥੋਡ 'ਤੇ, ਕੈਥੋਡ ਕਿਉਂਕਿ ਪੋਜ਼ੀਟਿਵ ਇਲੈਕਟ੍ਰੋਡ ਹੈ ਤਾਂ ਐਸੀਟੇਟ ਅਤੇ ਹਾਈਡਰੋਕਸਾਈਡ 2 ਆਇਨਸ ਨੇ ਜਿਹੜੇ ਕੈਥੋਡ ਦੇ ਉੱਪਰ ਜਾਣਗੇ, ਠੀਕ ਹੈ। ਤਾਂ ਹੁਣ ਕੈਥੋਡ 'ਤੇ ਹੋਊਗਾ ਕਿ ਕੈਥੋਡ 'ਤੇ ਹੁੰਦਾ ਕਿਉਂਕਿ ਪੋਜ਼ੀਟਿਵ ਹੈ ਤਾਂ ਉਹਨੂੰ ਇਲੈਕਟ੍ਰੋਨ ਚਾਹੀਦੇ ਨੇ, ਠੀਕ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ, ਠੀਕ ਹੈ, ਕੋਈ ਇੱਕ ਕਿਉਂ ਕਿਹਾ ਮੈਂ, ਕਿਉਂਕਿ ਜਦੋਂ ਜਿੱਥੇ ਇੱਕ ਚੀਜ਼ ਹੁੰਦੀ ਹੈ ਉੱਥੇ ਤਾਂ ਉਹਨੂੰ ਕਰਨਾ ਹੀ ਪਊਗਾ ਉਹ ਕੰਮ। ਜਿੱਥੇ 2 ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਕੰਪੀਟੀਸ਼ਨ ਹੋਊਗਾ ਵੀ ਪਹਿਲਾਂ ਆਹ ਕਰੂਗਾ ਕਿ ਆਹ ਕਰੂਗਾ, ਜਿਹੜਾ ਪਹਿਲਾਂ ਕਰੂਗਾ ਉਹੀ ਜਾਊਗਾ, ਠੀਕ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚ ਹੁਣ ਆਪਾਂ ਦੇਖਣਾ ਵੀ ਕਿਹੜਾ ਪਹਿਲਾਂ ਡੋਨੇਟ ਕਰੂਗਾ। ਹੁਣ ਡੋਨੇਟ ਕਿਹੜਾ ਕਰੂਗਾ, ਇਹਦੇ ਵਿੱਚ ਕਾਰਬਨ ਦੇ ਵਿੱਚ
ਚਾਰਜ 2 ਆਕਸੀਜਨਾਂ ਦੇ ਉੱਪਰ ਹੈ। ਮੋਰਓਵਰ ਇਹਦੇ ਨਾਲ ਐਲਕਾਈਲ ਗਰੁੱਪ ਲੱਗਿਆ ਹੋਇਆ ਜਿਹੜਾ ਇਲੈਕਟ੍ਰੋਨ ਡੋਨੇਟ ਕਰ ਰਿਹਾ, ਤਾਂ ਇਹ ਈਜ਼ੀਲੀ ਡੋਨੇਟ ਕਰ ਸਕਦਾ। ਆਕਸੀਜਨ ਇਲੈਕਟ੍ਰੋਨੈਗੇਟਿਵ ਹੈ ਇੱਧਰ, ਇਕੱਲਾ ਦੂਸਰਾ ਹਾਈਡਰੋਜਨ ਲੱਗਿਆ ਹੋਇਆ, ਇਹ ਆਪਦਾ ਨੈਗੇਟਿਵ ਚਾਰਜ ਜਿਹੜਾ ਹੈ ਉਹ ਈਜ਼ੀਲੀ ਡੋਨੇਟ ਨਹੀਂ ਕਰੂਗਾ। ਤਾਂ ਈਜ਼ੀਲੀ ਆਹ ਚੀਜ਼ ਜਿਹੜੀ ਹੈ ਇਹ ਈਜ਼ੀਲੀ ਡੋਨੇਟ ਕਰ ਦੂਗਾ, ਠੀਕ ਹੈ, ਅਤੇ ਆਹ ਈਜ਼ੀਲੀ ਡੋਨੇਟ ਨਹੀਂ ਕਰੂਗਾ। ਤਾਂ ਰਿਐਕਸ਼ਨ ਕਿਹਦੀ ਹੋਊਗੀ? ਇਹਦੀ। ਹੁਣ ਇੱਕ ਇਲੈਕਟ੍ਰੋਨ ਇਹਦੇ ਕੋਲ ਵਾਧੂ ਹੈ, ਇਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ। ਦੇਖੋ ਇਹਨੂੰ ਧਿਆਨ ਨਾਲ ਜਦੋਂ ਦੇਖਾਂਗੇ ਤਾਂ CH3 C ਡਬਲ ਬੌਂਡ O ਨੈਗੇਟਿਵ ਚਾਰਜ, ਠੀਕ ਹੈ। ਹੁਣ ਆਕਸੀਜਨ ਦੇ ਆਪਦੇ ਕਿੰਨੇ ਇਲੈਕਟ੍ਰੋਨਸ ਹੁੰਦੇ ਆ? 2 ਆ ਬੌਂਡ ਦੇ, 2 4 ਅਤੇ 2 6, ਠੀਕ ਹੈ। ਆਹ 2 ਇਲੈਕਟ੍ਰੋਨਸ ਨੇ ਜਿਹੜੇ ਇਹਦੇ ਵਾਧੂ ਪਏ ਨੇ, ਠੀਕ ਹੈ, ਜੇ ਆਪਾਂ ਟੋਟਲ ਦੇਖੀਏ। ਹੁਣ ਜੇ ਧਿਆਨ ਨਾਲ ਦੇਖੀਏ ਆਪਾਂ, ਆਹ ਬੌਂਡ ਹੈ, ਬੌਂਡ ਦੇ ਇਲੈਕਟ੍ਰੋਨ ਇੱਦਾਂ ਬਣਾਉਣੇ, ਆਹ C ਹੈ, ਆਹ O ਹੈ, 1 2 3 4 5 6, ਇਹਦੇ ਆਪਦੇ ਇਲੈਕਟ੍ਰੋਨ ਇਹਦੇ ਕੋਲ ਨੇ ਜਿਹੜੇ ਆਪਾਂ ਪੜ੍ਹਿਆ ਸੀ ਨਾ, ਹੁਣੇ ਆਪਾਂ ਪੜ੍ਹ ਕੇ ਹਟਿਆ ਪਿੱਛੇ ਜੇ 2-3 ਵੀਡੀਓ ਪਿੱਛੇ, ਫਾਰਮਲ ਚਾਰਜ। ਆਹ ਇੱਕ ਬੌਂਡ ਦਾ ਕਾਰਬਨ ਦਾ, ਤਾਂ ਆਕਸੀਜਨ ਕੋਲ ਕਿੰਨੇ ਨੇ? 7, ਠੀਕ ਹੈ। 7 ਦੇ ਵਿੱਚੋਂ ਇਹਦੇ ਆਪਦੇ ਕਿੰਨੇ ਹੁੰਦੇ ਨੇ? 6, ਤਾਂ ਇੱਕ ਵਾਧੂ ਕਿੰਨੇ ਆ? 1, ਠੀਕ ਹੈ। ਤਾਂ ਇਹ ਇੱਕ ਇਲੈਕਟ੍ਰੋਨ ਜਿਹੜਾ ਹੈ ਉਹ ਡੋਨੇਟ ਕਰੂਗਾ, ਆਪਾਂ ਨੂੰ ਪਤਾ, ਠੀਕ ਹੈ। ਹੁਣ ਡੋਨੇਟ ਕਿਵੇਂ ਕਰੂਗਾ? CH3COO ਨੈਗੇਟਿਵ, ਇਹਨੇ ਇੱਕ ਇਲੈਕਟ੍ਰੋਨ ਡੋਨੇਟ ਕੀਤਾ, -1 ਇਲੈਕਟ੍ਰੋਨ, ਤਾਂ ਬਣ ਗਈ ਕੀ ਆ? CH3COO। ਇੱਥੇ ਆਪਾਂ 2 ਇਲੈਕਟ੍ਰੋਨ ਬਣਾ ਲੈਂਦੇ ਹਾਂ, ਇੱਕ ਇਲੈਕਟ੍ਰੋਨ ਰਹਿ ਗਿਆ, ਠੀਕ ਹੈ। ਇਹ ਰੈਡੀਕਲ ਵੀ ਕਹਿ ਸਕਦੇ ਹਾਂ, ਜਾਂ ਇਹਨੂੰ ਇਹ ਕਹਿ ਲਓ ਆਪਾਂ ਵੀ ਨਿਊਟਰਲ ਸਪੀਸੀਜ਼ ਬਣ ਗਿਆ, ਠੀਕ ਹੈ। ਇਹੀ ਚੀਜ਼ ਹੁਣ ਆਪਾਂ ਇੱਥੇ ਲਿਖਾਂਗੇ, CH3COO ਨੈਗੇਟਿਵ, ਇਹ ਜਿਹੜਾ ਹੈ ਇਹਨੇ CH3 -1 ਇਲੈਕਟ੍ਰੋਨ, ਇੱਥੇ 2 ਲੈ ਲਓ ਮੋਲੀਕਿਊਲਸ, 2 ਮੋਲੀਕਿਊਲਸ, ਕਿਉਂਕਿ ਆਪਾਂ ਕਪਲ ਵੀ ਕਰਵਾਉਣੇ ਆ ਨਾ ਅੱਗੇ, ਅਤੇ 2 ਇਲੈਕਟ੍ਰੋਨਸ, ਹਰੇਕ ਨੇ 1 ਇਲੈਕਟ੍ਰੋਨ ਦਿੱਤਾ, ਠੀਕ ਹੈ। ਤਾਂ 2 ਇਲੈਕਟ੍ਰੋਨਸ ਗਏ CH3COO, ਨਿਊਟਰਲ 2 ਮੋਲੀਕਿਊਲਸ ਬਣ ਗਏ, ਇੱਥੇ ਡਾਟ ਲਗਾ ਲਓ, ਠੀਕ ਹੈ। ਤਾਂ ਹੁਣ ਆਹ 2 ਇਲੈਕਟ੍ਰੋਨਸ ਪਹਿਲਾਂ ਤਾਂ ਭੁੱਲ ਜਾਓ, ਜਿਹੜੇ ਆਹ 2 ਰਹਿ ਗਏ ਇਹਨਾਂ ਨੂੰ ਦੇਖੋ, CH3 C ਡਬਲ ਬੌਂਡ O ਡਾਟ। ਹੁਣ ਇੱਥੇ ਹੋਊਗਾ ਕਿ ਫ੍ਰੀ ਰੈਡੀਕਲ ਰਿਐਕਸ਼ਨ, ਫ੍ਰੀ ਰੈਡੀਕਲ ਮਕੈਨਿਜ਼ਮ ਦੇ ਨਾਲ ਆਹ ਬੌਂਡ ਟੁੱਟ ਜੂਗਾ, ਠੀਕ ਹੈ। CH3 ਅਤੇ C ਦਾ ਬੌਂਡ ਟੁੱਟ ਜੂਗਾ, ਕਿਉਂ? ਕਿਉਂਕਿ ਕਾਰਬਨ ਡਾਈਆਕਸਾਈਡ ਬਾਹਰ ਕੱਢਣੀ ਆਪਾਂ ਰਿਐਕਸ਼ਨ ਦੇ ਵਿੱਚੋਂ, ਠੀਕ ਹੈ। ਕਾਰਬਨ ਡਾਈਆਕਸਾਈਡ ਜਦੋਂ ਬਾਹਰ ਗਈ ਤਾਂ ਇੱਥੇ ਆਪਣੇ ਕੋਲ ਬਣਿਆ ਕਿ CO2 ਪਹਿਲਾਂ ਬਾਹਰ ਵਗ ਗਿਆ, CH3 ਰਹਿ ਗਿਆ, ਠੀਕ ਹੈ। ਕਿਉਂਕਿ ਇੱਥੇ 2 ਲਏ ਸੀ ਤਾਂ ਇੱਥੇ ਵੀ 2 ਲੈ ਲਓ, ਇੱਥੇ ਵੀ 2 ਆ ਗਿਆ, ਇੱਥੇ ਵੀ 2 ਆ ਗਿਆ, ਤਾਂ 2CH3 ਹੈ, ਅਤੇ 2CH3 ਡਾਟ ਨੇ ਜਿਹੜੇ ਫ੍ਰੀ ਰੈਡੀਕਲਸ ਉਹ ਮਿਲ ਕੇ ਕੀ ਬਣਾ ਦੇਣਗੇ? CH3 ਅਤੇ CH3, ਠੀਕ ਹੈ। ਇਹ ਕੀ ਬਣ ਗਈ? ਈਥੇਨ ਗੈਸ, ਠੀਕ ਹੈ। ਆਹੀ ਆਪਾਂ ਨੂੰ ਚਾਹੀਦਾ ਸੀ। ਤਾਂ ਹੁਣ ਪੂਰੀ ਰਿਐਕਸ਼ਨ ਦੇ ਵਿੱਚ ਹੋਇਆ ਕਿ ਕਾਰਬਨ ਡਾਈਆਕਸਾਈਡ ਦੀ ਗੈਸ ਬਣੀ ਅਤੇ ਈਥੇਨ ਗੈਸ ਬਣੀ, ਕਿੱਥੇ ਬਣੀ? ਕੈਥੋਡ ਦੇ ਉੱਪਰ। ਐਨੋਡ ਦੇ ਵਿੱਚ ਕੀ ਹੋਇਆ? ਹੁਣ ਸੋਡੀਅਮ ਅਤੇ H ਪੋਜ਼ੀਟਿਵ 2 ਆਇਨਸ ਨੇ ਐਨੋਡ ਦੇ ਉੱਪਰ, ਠੀਕ ਹੈ। ਇਹ ਸੋਡੀਅਮ 'ਤੇ ਵੀ ਪੋਜ਼ੀਟਿਵ ਚਾਰਜ ਹੈ, H ਪੋਜ਼ੀਟਿਵ 'ਤੇ ਵੀ ਪੋਜ਼ੀਟਿਵ ਚਾਰਜ ਹੈ। ਹੁਣ ਕੈਥੋਡ 'ਤੇ ਜਿਹੜੇ 2 ਇਲੈਕਟ੍ਰੋਨ ਬਣੇ ਉਹ ਵਾਇਰ ਵਿੱਚ ਦੀ ਲੰਘ ਕੇ, ਹੁਣ ਆਪਾਂ ਨੂੰ ਪਤਾ ਵੀ ਜਦੋਂ ਆਪਣੇ ਕੋਲ ਕੋਈ ਬੀਕਰ ਹੈ, ਇਲੈਕਟ੍ਰੋਲਿਸਿਸ ਆਪਾਂ ਕਰਾ ਰਹੇ ਹਾਂ, 2 ਆਪਾਂ ਐਨੋਡ ਜੋੜੇ ਹੋਇਆ ਪਲੱਸ ਵਾਲਾ, 2 ਇਲੈਕਟ੍ਰੋਡ ਜੋੜੇ ਹੋਇਆ, ਠੀਕ ਹੈ। ਇਹ ਅੱਗੇ ਬੈਟਰੀ ਨਾਲ ਵੀ ਹੁੰਦੇ ਨੇ ਅਟੈਚ। ਤਾਂ ਇੱਥੇ ਜਿਹੜੇ ਆਇਨਸ ਬਣਨਗੇ, ਇਲੈਕਟ੍ਰੋਨਸ ਬਣਨਗੇ, ਉਹ ਇੱਥੋਂ ਮੂਵ ਕਰਕੇ ਇੱਧਰ ਜਾਣਗੇ, ਠੀਕ ਹੈ। ਇੱਥੇ ਜਾ ਕੇ ਇਕੱਠੇ ਹੋ ਜਾਣਗੇ, ਇਹ ਨੈਗੇਟਿਵ ਚਾਰਜ ਤਾਂ ਹੀ ਆਇਆ ਨਾ, ਕਿਉਂਕਿ ਇੱਥੇ ਇਲੈਕਟ੍ਰੋਨਸ ਇਕੱਠੇ ਹੋ ਗਏ, ਠੀਕ ਹੈ। ਤਾਂ ਆਹ ਇਲੈਕਟ੍ਰੋਨ ਜਿਹੜੇ ਇੱਥੇ ਬਣੇ ਉਹ ਮੂਵ ਕਰਕੇ ਐਨੋਡ 'ਤੇ ਚਲੇ ਗਏ, ਹੁਣ ਐਨੋਡ 'ਤੇ ਆ ਗਿਆ ਨੈਗੇਟਿਵ ਚਾਰਜ, ਠੀਕ ਹੈ। ਹੁਣ ਸੋਡੀਅਮ ਅਤੇ ਹਾਈਡਰੋਜਨ 2 ਨੇ ਪਏ ਇੱਥੇ, ਇਹਨਾਂ ਦੋਨਾਂ 'ਚੋਂ ਕਿਹੜਾ ਜ਼ਿਆਦਾ ਜਿਹੜਾ ਹੈ ਉਹ ਈਜ਼ੀਲੀ ਅਟਰੈਕਟ ਕਰੂਗਾ ਇਲੈਕਟ੍ਰੋਨਸ ਨੂੰ, ਅਸੈਪਟ ਕਰੂਗਾ, ਇਹ ਦੇਖਣਾ ਹੁਣ ਆਪਾਂ। ਹੁਣ ਇਹਨਾਂ ਦੇ ਵਿੱਚੋਂ ਦੇਖਣ ਦੇ ਲਈ ਸੋਡੀਅਮ ਹੈ ਜਿਹੜਾ ਆਪਾਂ ਨੂੰ ਪਤਾ, ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਠੀਕ ਹੈ। Na ਪੋਜ਼ੀਟਿਵ ਹੈ, ਮਤਲਬ 1s2 2s2 2p6 ਫੁੱਲੀ ਫਿਲਡ ਕਨਫੀਗਰੇਸ਼ਨ ਹੈ। ਇਹ ਇਲੈਕਟ੍ਰੋਨ ਅਸੈਪਟ ਕਰਕੇ ਅਨਸਟੇਬਲ ਕਿਉਂ ਹੋਊਗਾ? ਕਿਉਂਕਿ ਫੁੱਲੀ ਫਿਲਡ ਹੈ, ਇਹ ਪਹਿਲਾਂ ਹੀ ਸਟੇਬਲ ਪਿਆ, ਠੀਕ ਹੈ। H ਪੋਜ਼ੀਟਿਵ ਹੈ ਜਿਹੜਾ 1s1, ਠੀਕ ਹੈ। ਜੇ ਇਹ ਇੱਕ ਇਲੈਕਟ੍ਰੋਨ ਅਸੈਪਟ ਕਰ ਲੈਂਦਾ ਤਾਂ ਇਹ 1s2 ਹੋ ਜਾਊਗਾ, ਇਹ ਸਟੇਬਲ ਹੋ ਜਾਊਗਾ, ਠੀਕ ਹੈ। ਤਾਂ ਇਹਨਾਂ ਦੋਨਾਂ 'ਚੋਂ ਕੌਣ ਅਸੈਪਟ ਕਰੂਗਾ? H, ਠੀਕ ਹੈ। ਇਹ ਚੀਜ਼ ਆਪਾਂ ਪੜ੍ਹੀ ਵੀ ਸੀ ਸ਼ਾਇਦ, ਜੇ ਤੁਹਾਡੀ ਯਾਦ ਹੋਵੇ ਇਲੈਕਟ੍ਰੋਫਾਈਲ ਦੇ ਵਿੱਚ, ਵੀ ਸੋਡੀਅਮ ਨੂੰ ਆਪਾਂ ਇਲੈਕਟ੍ਰੋਫਾਈਲ ਕਿਉਂ ਨਹੀਂ ਕਹਿੰਦੇ, Na ਪੋਜ਼ੀਟਿਵ ਨੂੰ। H ਪੋਜ਼ੀਟਿਵ ਇਲੈਕਟ੍ਰੋਫਾਈਲ ਹੁੰਦਾ, ਠੀਕ ਹੈ। ਸੋਡੀਅਮ ਜਿਹੜਾ ਹੈ ਉਹ ਇਲੈਕਟ੍ਰੋਫਾਈਲ ਕਿਉਂ ਨਹੀਂ ਹੁੰਦਾ, ਇਹ ਚੀਜ਼ ਆਪਾਂ ਪੜ੍ਹੀ ਸੀ। ਤਾਂ ਹੋਊਗਾ ਕਿ H ਪੋਜ਼ੀਟਿਵ ਹੈ ਜਿਹੜਾ 2H ਪੋਜ਼ੀਟਿਵ ਨੇ 2 ਇਲੈਕਟ੍ਰੋਨਸ ਆਏ ਸੀ, 2 ਇਲੈਕਟ੍ਰੋਨਸ ਇਹਨਾਂ ਦੇ ਵਿੱਚ ਐਡ ਹੋ ਜਾਣਗੇ, ਠੀਕ ਹੈ। ਅਤੇ 2H ਇਹ ਰੈਡੀਕਲਸ ਬਣ ਜਾਣਗੇ, ਠੀਕ ਹੈ। ਰੈਡੀਕਲਸ ਨੇ ਜਿਹੜੇ ਉਹ ਆਪਸ ਦੇ ਵਿੱਚ ਅਟੈਚ ਹੋ ਗਏ, H ਪੋਜ਼ੀਟਿਵ ਹੈ ਜਿਹੜਾ
मैं कह गया गलती नाल भी उत्थे 1s1 हुंदा, ठीक है। एच पॉजिटिव है क्योंकि जिहड़ा एक इलैक्ट्रॉन सी वो भी उन्हें लूज कर रखिया सी, तो उहदे कोल कोई भी नहीं सी, तां ये जदों एक एक्सैप्ट करूगा तो 1s1 बन जूगा, जिहड़ा कि आपस दे विच जुड़ के दोने H2 गैस जिहड़े ने वो बना देणगे, ठीक है। तो एनोड दे विच की हुंदा, सिर्फ H2 गैस बनदी है। कैथोड दे विच की हुंदा गा इथेन गैस या एल्केन कह लो, तो कार्बन डाइऑक्साइड बनदी आ। ओवरऑल जिहड़ा है इस सैक्शन दे विच हुंदा की आ, एल्केन ते कार्बन डाइऑक्साइड ने जिहड़ियां ओह एनोड ते बनदियां ने, इवॉल्व होंदियां ने, उत्थों इवॉल्व होंदियां ने, ठीक है। तो H2 गैस है जिहड़ी, ये मैं गलत लिख के ना, हाँ इत्थे कैथोड आऊगा, ठीक है, इत्थे एनोड आऊगा। तो दूसरी चीज़ की होंदी है इहदे विच, दूसरी ये होंदी है भी सोडियम ते हाइड्रोक्साइड, सोडियम आयन ते हाइड्रोक्साइड आयन जिहड़े सोल्यूशन दे विच रह जांदे ने, ठीक है। तो वो सोडियम हाइड्रोक्साइड बन जांदा उन्हां दा, ठीक है। या कह लो जो नहीं भी बनता, ठीक है, तो सोल्यूशन है जिहड़ा मतलब रिएक्शन के एंड ते वो H नैगेटिव आयन इन्ना ज़्यादा बचूगा रिएक्शन दे विच, रिएक्शन के एंड ते जिहड़ा मीडियम रह जूगा विच ओह बेसिक मीडियम रह जूगा, ठीक है। बहुत ही ज़्यादा बेसिक मीडियम हो जूगा, क्योंकि वो H नैगेटिव आयन की कंसनट्रेशन बहुत ज़्यादा बच जूगी, ठीक है। ये सी जी रिएक्शन सी। अच्छा एक गल होर इहदे विच ऐड करनी है मैं, कई बुक्स की करदियां ने, कई बुक्स भी करदियां ने, ये कन्फ्यूजन भी होंदी है, 12वीं लैवल ते भी होंदी है, बाद दे विच भी होंदी आ, ठीक है। ये मतलब इदां कह लो भी चलदी हो रहूगी कन्फ्यूजन भी कई एनोड नूं मतलब कईयां दे विच की हुंदा, जिवें हुण आपां एनोड नूं इत्थे नैगेटिव लिया, कईयां दे विच एनोड नूं पॉजिटिव लिया होया हुंदा, ठीक है। उत्थे कैथोड नूं नैगेटिव लिया हुंदा, ठीक है। तो जिहड़ा पॉजिटिव आयन है वो कैथोड ते जाऊगा उत्थे, ते नैगेटिव आयन है जिहड़ा वो एनोड ते जाऊगा, मतलब उल्टा भी हो सकदा। तो ये चीज़ हो सकती है, ये तुहानूं जिवें ठीक लगदा तुसीं अपने हिसाब नाल कर सकदे हो, इंटरचेंज कर सकदे हो। मतलब जे तुहानूं लगदा भी कैथोड नैगेटिव आउणा चाहीदा, मैनूं लगदा सी कैथोड पॉजिटिव आउणा चाहीदा, ठीक है। जिवें मैनूं सोच के संतुष्टि मिलती है तो मैं इत्थे कैथोड नूं पॉजिटिव लिखिया, पर कई बच्चे सोचते हैं भी कैथोड नैगेटिव हुंदा, जां कई बुक्स इदां दी बुक्स दे विच पढ़दे ने भी कैथोड उत्थे नैगेटिव दिखाया हुंदा, तो उत्थे उन्हां नूं लगदा भी हाँ कैथोड जिहड़ा है नैगेटिव है, ठीक है। जिद्दां मॉडर्न दे विच भी ये उल्टा कीता होया, कैथोड नैगेटिव मन्निया होया उन्हां ने, पर प्रदीप दे विच सारा सॉल्व करके ना कैथोड है जिहड़ा वो पॉजिटिव मन के सारा सॉल्व कीता होया, एंड दे विच कनकलूजन दे विच उल्टा लिखिया पिया। तो ये मतलब कई बुक्स वालियां नूं भी शायद हैगी आ ये चीज़ कन्फ्यूजन। तो ये जिवें तुहानूं ठीक लगदा उवें कर लो, बस उत्थे मैंशन कर दिओ भी पॉजिटिव इलैक्ट्रोड असीं कैथोड नूं लै रहे हैं, नैगेटिव है जिहड़ा एनोड नूं लै रहे हैं, या वाइस वर्सा, जो भी चीज़ है उत्थे मैंशन कर दिओ, ठीक है। बाकी अज दी वीडियो दे विच इन्ना ही, ठीक है। बाकी आपां करांगे अगली वीडियो दे विच। थैंक यू।